ਪਾਇਲ ਬਿਜ਼ਨਸ ਸੈਂਟਰ। ਉੱਥੇ ਇੱਕ ਖਬਰ ਜਿਹੜੀ ਆਈ ਸੀ ਕਿ ਉੱਥੇ ਇੱਕ ਬਿਜ਼ਨਸ ਦੇ ਵਿੱਚ ਕਰੋਨਾ ਵਾਇਰਸ ਤੇ ਉਸ ਜਿਹੜੀ ਦੇ ਇਨਫੈਕਟ ਹੋ ਸਕਦੇ ਆ। ਜਿਹੜੀ ਰਿਲੀਜ਼ ਆਈ ਸੀ ਉਹਦੇ ਵਿੱਚ ਕਿਹਾ ਗਿਆ ਸੀ ਮਾਈਟ ਇਫੈਕਟ, ਸ਼ਾਇਦ ਇਨਫੈਕਟ ਹੋ ਸਕਦੇ ਆ, ਜ਼ਰੂਰੀ ਨਹੀਂ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈ। ਤੇ ਬਾਅਦ ਵਿੱਚ ਉਹ ਰਿਲੀਜ਼ ਇਹ ਵੀ ਆ ਗਈ ਸੀ ਕਿ ਸੇਫ ਹੈਗਾ ਉੱਥੇ ਵਿਜ਼ਿਟ ਕਰਨਾ। ਸ਼ੁਰੂ ਦੇ ਵਿੱਚ ਹਾਰਡ ਸੀ, ਕਈ EMPLOYEES ਡਰਦੇ ਸੀ ਕਿ ਅਸੀਂ ਨਹੀਂ ਜਾਓ ਕੰਮ ਤੇ ਆਉਣਾ, ਸਾਰੇ ਰੈਸਟੋਰੈਂਟਸ ਬੰਦ ਹੋ ਰਹੇ। ਸਾਡੇ ਪਾਇਲ ਪਲਾਜ਼ਾ ਆਲਮੋਸਟ 70 to 80% ਬੰਦ ਹੋ ਗਿਆ ਸੀ। ਇੱਕ ਟਾਈਮ ਇਹੋ ਜਿਹਾ ਸੀ ਕਿ ਅਸੀਂ ਆਪਣੇ ਸਟ੍ਰੈਚ ਦੇ ਵਿੱਚ ਸਾਡਾ ਹੀ ਸਟੋਰ ਕੱਲਾ ਖੁੱਲ੍ਹਾ ਹੁੰਦਾ ਸੀ। ਪਰ ਮਈ ਐਂਡ ਦੇ ਵਿੱਚ ਜਦੋਂ ਦਾ ਫਿਰ ਇਹਨਾਂ ਨੇ ਫੇਸ 1 ਓਪਨ ਕੀਤਾ, ਫੇਸ 2 ਓਪਨ ਕੀਤਾ, ਲਾਈਫ ਨਾਰਮਲ ਹੋਣੀ ਸ਼ੁਰੂ ਹੋ ਗਈ, ਲੋਕੀ ਕੰਮਾਂ ਤੇ ਜਾਣੇ ਸ਼ੁਰੂ ਹੋ ਗਏ। ਦੈਨ ਸੇਲਸ ਸਟਾਰਟਸ ਟੂ ਡ੍ਰੌਪਿੰਗ। ਸੇਲਸ ਮੈਂ ਡ੍ਰੌਪਿੰਗ ਨਹੀਂ ਕਹੂੰਗਾ ਕਿ ਨਾਰਮਲ ਲੈਵਲ ਤੇ ਜਾਣੀਆਂ ਸ਼ੁਰੂ ਹੋ ਗਈਆਂ। ਤੇ ਅਸੀਂ ਆਪਣੇ ਵੱਲੋਂ ਟਰਾਈ ਕੀਤੀ ਹੈ ਹਰੇਕ ਜਗ੍ਹਾ ਉਹਨੂੰ, ਜਦੋਂ ਵੀ ਕਿਸੇ ਬੰਦੇ ਦੀ ਕਿਸੇ ਪਾਸੇ ਆਪਣਾ ਨਿਗਾਹ ਜਾਂਦੀ ਹੈ ਤਾਂ ਉਹਨੂੰ ਪਤਾ ਲੱਗੇ ਵੀ ਹਾਂ ਵੀ ਆਪਾਂ ਇਸ ਤੇ ਆ, ਵੀ ਆਪਾਂ ਲਾਈਨ ਅਪ ਦੇ ਵਿੱਚ ਲੱਗਣਾ, ਤਾਂ ਆਪਾਂ ਐਂ ਖੜਨਾ, ਆਪਾਂ ਵੇਟ ਕਰਨੀ ਆ। ਆਪਾਂ ਜਿਵੇਂ ਭਾਜੀ ਨੇ ਦੱਸਿਆ ਵੀ ਮਾਰਕ ਕੀਤੇ ਹੋਏ ਆ ਵੀ ਹਾਂ ਵੀ ਤੁਸੀਂ ਇੱਥੇ ਖੜ ਸਕਦੇ ਆ। ਕੌਨਫੀਡੈਂਸ ਚੰਗੀ ਚੀਜ਼ ਆ, ਪਰ ਨਾਲ ਪ੍ਰੀਕਾਸ਼ਨ, ਸੇਫਟੀ ਪ੍ਰੀਕਾਸ਼ਨ ਨਾਲ ਜ਼ਰੂਰ ਰੱਖਣੀ ਚਾਹੀਦੀਆਂ। ਇਹ ਰੱਖਾਂਗੇ ਤੇ ਤਾਂ ਹੀ ਆਪਾਂ ਇਹਦੇ ਵਿੱਚੋਂ ਥਰੂ ਹੋ ਕੇ ਜਾਵਾਂਗੇ। ਬਟ ਮੈਂ ਉੱਦਾਂ ਸੋਚ ਰਿਹਾ ਸੀ, ਬੱਚੇ ਆ ਜਿਵੇਂ ਇਹਨਾਂ ਨੇ ਖਾਣਾ ਪੀਣਾ ਵੀ ਹੋਰ ਵੀ ਕੁਝ ਕਰਨਾ, ਆਪਣੇ ਵੱਲੋਂ ਜਿੰਨਾ ਹੋ ਸਕਦਾ ਇਹਨਾਂ ਨੂੰ ਵੱਧ ਤੋਂ ਵੱਧ ਵਧੀਆ ਡਿਸਕਾਊਂਟ ਦਿੱਤਾ ਜਾਵੇ ਵੀ ਇਹ ਜੇ ਆਪਣਾ ਆਉਣ ਆ ਕੇ ਆਈ ਕਾਰਡ ਦਿਖਾਣ ਵੀ ਅਸੀਂ ਸਟੂਡੈਂਟ ਆ ਤਾਂ ਉਹਨਾਂ ਨੂੰ ਡਿਸਕਾਊਂਟ ਦਿੱਤਾ ਜਾਊਗਾ। ਜੇ ਕੋਈ ਫਰੰਟ ਲਾਈਨ ਵਰਕਰ ਆ ਤਾਂ ਉਹਨਾਂ ਵਾਸਤੇ ਵੀ ਤਹਿ ਦਿਲ ਤੋਂ ਉਹਨਾਂ ਵਾਸਤੇ ਉੱਦਾਂ ਹੀ ਜਾਨ ਹਾਜ਼ਰ ਹੈ। ਵੈਰੀ ਨਾਈਸ। ਕਿਉਂਕਿ ਜਿਹੜੇ ਟਾਈਮ ਦੇ ਵਿੱਚ ਲੋਕ ਘਰਾਂ 'ਚ ਬੈਠੇ ਸੀ, ਬਾਹਰ ਨਿਕਲਣ ਤੋਂ ਡਰਦੇ ਸੀ, ਉਹ ਵਿਚਾਰੇ ਹਸਪੀਟਲਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਈਵਨਿੰਗ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਾਈਵ ਟਾਕ ਸ਼ੋਅ ਵਿਦ ਅਰਸ਼ਦੀਪ ਦੇ ਵਿੱਚ ਸਵਾਗਤ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਫਰਾਈਡੇ ਦਾ ਦਿਨ 7 ਵਜੇ ਤੋਂ ਲੈ ਕੇ 8 ਵਜੇ ਦਾ ਟਾਈਮ ਤੁਹਾਡਾ ਤੇ ਮੇਰਾ ਸਾਥ ਹੁੰਦਾ ਤੇ ਅਸੀਂ ਕਿਸੇ ਨਾ ਕਿਸੇ ਟੌਪਿਕ ਨੂੰ ਲੈ ਕੇ, ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਆਉਂਦੇ ਹਾਂ ਕਿ ਤਾਂ ਕਿ ਤੁਹਾਡੇ ਤੱਕ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਸਕੇ। ਹੁਣ ਕੋਵਿਡ-19 ਹਰ ਪਾਸੇ ਸਾਨੂੰ ਕੋਵਿਡ-19 ਸੁਣਨ ਨੂੰ ਮਿਲ ਰਿਹਾ ਹੈਗਾ ਤੇ ਅਸੀਂ ਪਹਿਲੇ ਦਿਨ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਕਿ ਜੇ ਕਰੋਨਾ ਵਾਇਰਸ ਹੈ ਤਾਂ ਇਸ ਦੇ ਨਾਲ ਜਿਹੜੀਆਂ ਸਾਨੂੰ ਪ੍ਰੋਟੋਕੋਲ ਫੋਲੋ ਕਰਨ ਨੂੰ ਕਿਹਾ ਜਾ ਰਿਹਾ, ਅਸੀਂ ਉਹਨੂੰ ਫੋਲੋ ਕਰੀਏ ਤੇ ਅਫਵਾਹਾਂ ਤੋਂ ਬਚ ਕੇ ਰਹੀਏ। ਹੁਣ ਜਦੋਂ ਕੋਈ ਖਬਰ ਆਉਂਦੀ ਹੈ ਜਾਂ ਜਦੋਂ ਕੋਈ ਵਪਾਰ ਦੀ ਗੱਲ ਆਉਂਦੀ ਹੈ ਜਾਂ ਕੋਈ ਵੀ ਖਬਰ ਹੈਡਲਾਈਨ ਪਾਉਂਦੀ ਹੈ ਤਾਂ ਉਹਦੇ ਨਾਲ ਅਫਵਾਹਾਂ ਉਦੋਂ ਹੀ ਜੁੜ ਜਾਂਦੀਆਂ ਨੇ। ਹੁਣ ਕੋਵਿਡ-19 ਦੀ ਜੇ ਅਫਵਾਹ ਦੀ ਗੱਲ ਕਰੀਏ ਤਾਂ ਕੋਵਿਡ-19 ਕਹਿੰਦੇ ਨੇ ਕਿ BC ਦੇ ਵਿੱਚ ਖਤਮ ਹੋ ਗਿਆ, ਆਲਮੋਸਟ ਕੋਈ ਨਹੀਂ ਹੈਗਾ, ਹੁਣ ਕੋਈ ਨਹੀਂ ਪੁੱਛਦਾ। ਪਰ ਫਿਰ ਵੀ ਜੇ ਅੱਜ ਦੇ ਮੈਂ ਡੇਟੇ ਦੀ ਗੱਲ ਕਰਾਂ ਤਾਂ ਅੱਜ 10 ਕੇਸ ਨੇ। 10 ਕੇਸ ਜਿਹੜੇ ਫਰੇਜ਼ਰ ਵੈਲੀ ਤੇ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਹੀ ਇਹ ਜਿਹੜੇ ਕੇਸ ਨੇ ਜ਼ਿਆਦਾ ਆਉਂਦੇ ਨੇ। ਤੇ ਫਰੇਜ਼ਰ ਵੈਲੀ ਦੇ ਵਿੱਚ ਅਸੀਂ ਆਉਂਦੇ ਹਾਂ, ਸਰੀ ਵਾਲੇ ਆਉਂਦੇ ਹਾਂ, ਲੈਂਗਲੀ, ਬਰਨਬੀ, ਡੈਲਟਾ, ਇਹ ਸਾਰੇ ਕੇਸ ਇੱਥੋਂ ਆ ਰਹੇ ਨੇ। ਤੇ ਕੋਵਿਡ-19 ਹਜੇ ਵੀ ਉੱਥੇ ਹੀ ਆ ਤੇ ਸਾਨੂੰ ਪ੍ਰੋਟੋਕੋਲ ਜਿਹੜੇ ਨੇ ਉਹ ਫੋਲੋ ਕਰਨੇ ਪੈਣੇ ਨੇ। ਪਰ ਹੁਣ ਰੈਸਟੋਰੈਂਟ ਦੁਬਾਰਾ ਖੁੱਲ ਰਹੇ ਨੇ, ਬਿਜ਼ਨਸ ਦੁਬਾਰਾ ਖੁੱਲ ਰਹੇ ਨੇ, ਰੀਓਪਨ ਹੋ ਰਿਹਾ, ਪਰ ਸਾਵਧਾਨੀ ਦੇ ਨਾਲ। ਸਾਨੂੰ ਉਹਨਾਂ ਬਿਜ਼ਨੈਸਿਸ ਨੂੰ ਸਪੋਰਟ ਕਰਨਾ ਚਾਹੀਦਾ ਜਿਹੜੇ ਖੁੱਲ ਰਹੇ ਨੇ, ਕਿਉਂਕਿ ਵਰਕਰਸ ਨੇ, ਉਹਨਾਂ ਨੇ ਤਾਂ ਹੀ ਕੰਮਾਂ ਦੇ ਉੱਤੇ ਵਾਪਸ ਜਾਣਾ ਜੇ ਬਿਜ਼ਨਸ ਖੁੱਲੇ ਜਾਣਗੇ। ਸਾਨੂੰ ਉਹਨਾਂ ਦੀ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ। ਪਰ ਜਦੋਂ ਇਹ ਰੀਓਪਨਿੰਗ ਹੋਈ ਹੈ ਤਾਂ ਸਾਡੇ ਨੇੜੇ ਹੀ ਪਲਾਜ਼ਾ, ਜਿਹੜਾ ਸਭ ਤੋਂ ਮਸ਼ਹੂਰ ਪਲਾਜ਼ਾ ਹੈਗਾ, ਪੰਜਾਬੀਆਂ ਦਾ ਪਲਾਜ਼ਾ ਕਹਿ ਸਕਦੇ ਹਾਂ, ਪਾਇਲ ਬਿਜ਼ਨਸ ਸੈਂਟਰ, ਉੱਥੇ ਇੱਕ ਖਬਰ ਜਿਹੜੀ ਆਈ ਸੀ ਕਿ ਉੱਥੇ ਇੱਕ ਬਿਜ਼ਨਸ ਦੇ ਵਿੱਚ ਕਰੋਨਾ ਵਾਇਰਸ ਤੇ ਉਸ ਜਿਹੜੀ ਦੇ ਇਨਫੈਕਟ ਹੋ ਸਕਦੇ ਆ। ਜਿਹੜੀ ਰਿਲੀਜ਼ ਆਈ ਸੀ ਉਹਦੇ ਵਿੱਚ ਕਿਹਾ ਗਿਆ ਸੀ ਮਾਈਟ ਇਫੈਕਟ, ਸ਼ਾਇਦ ਇਨਫੈਕਟ ਹੋ ਸਕਦੇ ਆ, ਜ਼ਰੂਰੀ ਨਹੀਂ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈ। ਤੇ ਬਾਅਦ ਵਿੱਚ ਉਹ ਰਿਲੀਜ਼ ਇਹ ਵੀ ਆ ਗਈ ਸੀ ਕਿ ਸੇਫ ਹੈਗਾ ਉੱਥੇ ਵਿਜ਼ਿਟ ਕਰਨਾ। ਪਰ ਉਸ ਤੋਂ ਬਾਅਦ ਅਫਵਾਹਾਂ ਜਿਹੜੀਆਂ ਨੇ ਫੈਲੀਆਂ ਕਿ ਹਰ ਬਿਜ਼ਨਸ ਦੇ ਉੱਤੇ ਸ਼ਾਇਦ ਹੈ, ਜਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਹੈਗਾ ਆ ਉਹ ਆਮ ਜੀ ਗੱਲ ਹੈ ਕਿ ਹੋ ਸਕਦਾ, ਪਰ ਬਹੁਤ ਜ਼ਿਆਦਾ ਲੋੜ ਤੋਂ ਵੱਧ ਹੋ ਗਿਆ ਤੇ ਨਾਲ ਦੇ ਬਿਜ਼ਨਸ ਵੀ ਇਫੈਕਟ ਹੋਏ ਨੇ। ਕਿਸ ਤਰ੍ਹਾਂ ਇਫੈਕਟ ਹੋਏ ਨੇ, ਕੀ ਹੋ ਰਿਹਾ ਹੈ, ਸ਼ੁਰੂ ਤੋਂ ਲੈ ਕੇ ਕਰੋਨਾ ਵਾਇਰਸ ਦੇ ਸ਼ੁਰੂ ਦੇ ਪੀਰੀਅਡ ਤੋਂ ਲੈ ਕੇ ਹੁਣ ਤੱਕ ਕੀ ਇਫੈਕਟ ਹੋਇਆ ਆ, ਕੀ ਸੋਚਦੇ ਨੇ ਬਿਜ਼ਨਸ ਵਾਲੇ, ਕੀ ਬਿਜ਼ਨਸ ਦੇ ਜਿਹੜੇ ਓਨਰ ਨੇ ਉਹ ਕੀ ਸੋਚਦੇ ਨੇ, ਕੀ ਚਾਹੁੰਦੇ ਨੇ, ਇਹ ਸਭ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਦੇਸੀ ਬਾਈਟ ਰੈਸਟੋਰੈਂਟ ਦੇ ਓਨਰ ਮਿਸਟਰ ਧਰਮਿੰਦਰ ਮਾਵੀ ਤੇ ਨਾਲ ਹੀ ਪਾਇਲ ਜੋ ਲਿਕਰ ਸਟੋਰ ਹੈਗਾ ਉਹਦੇ ਜੋ ਓਨਰ ਨੇ ਮੇਰੇ ਨਾਲ ਬਰਿੰਦਰ ਢਿੱਲੋਂ ਜੀ। ਅੱਜ ਆਏ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਫੈਕਟ ਕੀ ਹੋਇਆ ਹੈ ਕਰੋਨਾ ਦਾ, ਕੀ ਉਹ ਚਾਹੁੰਦੇ ਨੇ, ਅੱਗੇ ਕੀ ਦੇਖਦੇ ਨੇ ਬਿਜ਼ਨਸ ਦੇ ਬਾਰੇ, ਸਾਰੇ ਇਸ ਬਾਰੇ ਗੱਲਬਾਤ ਹੋਵੇਗੀ। ਤੇ ਪਹਿਲਾਂ ਉਹਨਾਂ ਦਾ
ਸਵਾਗਤ ਕਰ ਲੈਂਦੇ ਹਾਂ ਤੇ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੋ ਮਿਸਟਰ ਢਿੱਲੋਂ, ਮਿਸਟਰ ਮਾਵੀ, ਵੈਲਕਮ। ਥੈਂਕ ਯੂ ਸਤਿ ਜੀ। ਸ਼੍ਰੀ ਅਕਾਲ ਜੀ। ਥੈਂਕ ਯੂ। ਬਿਲਕੁਲ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ 'ਚ ਟਾਈਮ ਕੱਢਿਆ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੈਗੇ ਆ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰੂੰਗੀ ਮਿਸਟਰ ਢਿੱਲੋਂ ਕਿ ਜਿਵੇਂ ਅਸੀਂ ਇਫੈਕਟ ਦੇਖਿਆ ਹੈ ਕਰੋਨਾ ਵਾਇਰਸ ਦਾ, ਬਹੁਤ ਜ਼ਿਆਦਾ ਇਫੈਕਟ ਪਿਆ ਹੈਗਾ ਸ਼ੁਰੂ ਦੇ ਮਹੀਨਿਆਂ ਤੋਂ। ਜੇ ਹੁਣ ਅਸੀਂ ਮਾਰਚ ਤੋਂ ਸਟਾਰਟ ਕਰ ਲਈਏ ਤੇ ਹੁਣ ਤੱਕ, ਹੁਣ ਅਸੀਂ ਲੱਕੀ ਹੈਗੇ ਆ ਕਿ BC ਦੇ ਵਿੱਚ ਆ ਤੇ ਰੀਓਪਨ ਕਰਨ ਵਾਲੇ ਅਸੀਂ ਪਹਿਲੇ ਹੈਗੇ ਆ ਕੈਨੇਡਾ ਦੇ ਵਿੱਚ, ਅਸੀਂ ਤੀਜੇ ਫੇਜ਼ ਦੇ ਵਿੱਚ ਪਹੁੰਚ ਚੁੱਕੇ ਆ। ਅਸੀਂ ਹੁਣ ਤੁਹਾਡੇ ਬਿਜ਼ਨਸ ਦੀ ਗੱਲ ਕਰੀਏ, ਕਿਸ ਤਰ੍ਹਾਂ ਇਫੈਕਟ ਕੀਤਾ ਕਰੋਨਾ ਵਾਇਰਸ ਨੇ? ਦੇਖੋ ਜੀ, ਬਿਜ਼ਨਸ ਤੇ ਸਾਰੇ ਅਫੈਕਟਡ ਹੋਏ ਨੇ। ਸਾਡਾ ਬਿਜ਼ਨਸ ਸ਼ੁਰੂ ਦੇ ਵਿੱਚ ਉਹਨਾਂ ਨੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਪਾਤਾ ਸੀ ਕਿ ਅਸੀਂ ਕਲੋਜ਼ ਨਹੀਂ ਕਰ ਸਕਦੇ। ਸ਼ੁਰੂ ਦੇ ਵਿੱਚ ਹਾਰਡ ਸੀ, ਕਈ EMPLOYEES ਡਰਦੇ ਸੀ ਕਿ ਅਸੀਂ ਨਹੀਂ ਜੌਬ ਕੰਮ ਤੇ ਆਉਣਾ, ਸਾਰੇ ਰੈਸਟੋਰੈਂਟਸ ਬੰਦ ਹੋ ਰਹੇ। ਸਾਡੇ ਪਾਇਲ ਪਲਾਜ਼ਾ ਆਲਮੋਸਟ 70 to 80% ਬੰਦ ਹੋ ਗਿਆ ਸੀ। ਇੱਕ ਟਾਈਮ ਇਹੋ ਜਿਹਾ ਸੀ ਕਿ ਅਸੀਂ ਆਪਣੇ ਸਟ੍ਰੈਚ ਦੇ ਵਿੱਚ ਸਾਡਾ ਹੀ ਸਟੋਰ ਕੱਲਾ ਖੁੱਲਾ ਹੁੰਦਾ ਸੀ। ਸੋ ਅਸੀਂ ਆਪਣੇ EMPLOYEES ਨੂੰ ਭਰੋਸੇ 'ਚ ਲਿਆ ਕੇ ਓਕੇ, ਜੋ ਵੀ ਰਿਕੁਆਇਰਮੈਂਟਸ ਹੈਗੀਆਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ, ਅਸੀਂ ਕਲੋਜ਼ ਨਹੀਂ ਕਰ ਸਕਦੇ। ਸੋ ਸਾਡੇ EMPLOYEES ਨੇ ਬਹੁਤ ਸਾਡਾ ਸਾਥ ਦਿੱਤਾ। ਪਲੱਸ ਅਸੀਂ ਸਾਰੇ ਜੋ ਵੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਸੀ, ਮਾਰਕੀਟ ਦੇ ਵਿੱਚ ਸ਼ਾਰਟੇਜ ਆਉਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਉਹਨਾਂ ਨੂੰ ਅਪਲਾਈ ਕੀਤੇ। ਫਲੈਕਸੀ ਸ਼ੀਲਡਸ, ਮਾਸਕਸ, ਸੈਨੀਟਾਈਜ਼ਰਸ, ਤਾਂ ਕਿ ਅਸੀਂ ਕੋਵਿਡ ਦੇ ਖਿਲਾਫ ਵੀ ਕੈਨ ਫਾਈਟ ਅਗੇਂਸਟ ਇਟ। ਸੋ ਆਪਣੀ EMPLOYEES ਦੀ ਸਹਾਇਤਾ ਦੇ ਨਾਲ ਅਸੀਂ, ਤੇ ਦੂਜਾ ਚਲੋ ਵਾਹਿਗੁਰੂ ਦੀ ਮਿਹਰ ਨਾਲ ਕੰਮ ਜਾਰੀ ਰੱਖਿਆ। ਇਫੈਕਟ ਇੱਦਾਂ ਹੈ ਕਿ ਮਾਰਚ ਦੇ ਸ਼ੁਰੂ ਦੇ ਵਿੱਚ ਤੇ ਨਾਰਮਲ ਸੀ ਸਭ ਕੁਝ, ਪਰ ਜਦੋਂ ਲੋਕਡਾਊਨ ਹੋ ਗਿਆ ਲੋਕਾਂ ਕੋਲ ਹੋਰ ਕੋਈ ਕੰਮ ਨਹੀਂ ਸੀ ਅਦਰ ਦੈਨ ਸਪੈਂਡਿੰਗ ਐਂਡ ਸਟੇਇੰਗ ਹੋਮ, ਸਟੇ ਅਵੇ ਫਰਮ ਡਿਪਰੈਸ਼ਨ, ਤਾਂ ਕਿ ਲੋਕੀ ਡਿਪਰੈਸ਼ਨ ਨਹੀਂ ਜਾਂਦੇ। ਉਹਦਾ ਉਹਨਾਂ ਨੇ ਇੱਕੋ ਹਿਸਾਬ ਲਾਇਆ ਕਿ ਲੈਟਸ ਗੋ ਟੂ ਲਿਕਰ ਸਟੋਰ। ਮਾਰਚ ਦੇ ਵਿੱਚ ਨੋ ਡਾਊਟ ਲਿਕਰ ਦੀ ਸੇਲਸ ਉੱਪਰ ਗਈ। ਮਾਰਚ, ਅਪ੍ਰੈਲ, ਮਈ ਅਬਾਊਟ ਤੁਸੀਂ ਕਹਿ ਸਕਦੇ ਕਿ ਉੱਪਰ ਗਈ। ਪਰ ਮਈ ਐਂਡ ਦੇ ਵਿੱਚ ਜਦੋਂ ਦਾ ਫਿਰ ਇਹਨਾਂ ਨੇ ਫੇਸ 1 ਓਪਨ ਕੀਤਾ, ਫੇਸ 2 ਓਪਨ ਕੀਤਾ, ਲਾਈਫ ਨਾਰਮਲ ਹੋਣੀ ਸ਼ੁਰੂ ਹੋ ਗਈ, ਲੋਕੀ ਕੰਮਾਂ ਤੇ ਜਾਣੇ ਸ਼ੁਰੂ ਹੋ ਗਏ। ਦੈਨ ਸੇਲਸ ਸਟਾਰਟਸ ਟੂ ਡ੍ਰੌਪਿੰਗ। ਸੇਲਸ ਮੈਂ ਡ੍ਰੌਪਿੰਗ ਨਹੀਂ ਕਹੂੰਗਾ ਕਿ ਨਾਰਮਲ ਲੈਵਲ ਤੇ ਜਾਣੀਆਂ ਸ਼ੁਰੂ ਹੋ ਗਈਆਂ। ਸੋ 3 months was a roller coaster ride. Once we are up, now we are in down. So now it's going back to normal. ਤੇ ਹੁਣ ਇਹ ਜੋ ਐਕਚੁਅਲ ਨਾਰਮਲ ਸੀ, ਹੁਣ ਇਸ ਵੇਲੇ ਸੇਲ ਉਹ ਤੋਂ ਤੇ ਡਾਊਨ ਆ, ਬਟ ਦਿਸ ਇਜ਼ ਦ ਨਿਊ ਨਾਰਮਲ। ਸੋ ਇਹਦੇ ਨਾਲ ਸਾਨੂੰ ਚੱਲਣਾ ਪੈਣਾ। ਬਿਲਕੁਲ, ਹੁਣ ਹਰੇਕ ਬਿਜ਼ਨਸ ਦਾ ਆਪਣਾ ਇੰਪੈਕਟ ਹੈਗਾ ਆ। ਕੋਵਿਡ ਨੇ ਕਿਤੇ ਨਾ ਕਿਤੇ ਬਿਜ਼ਨਸ ਦੇ ਨਵੇਂ ਤਰੀਕੇ ਕਰਨੇ ਸ਼ੁਰੂ ਕਰਾ ਦਿੱਤੇ ਆ, ਨਵੇਂ ਤਰੀਕੇ ਸਾਨੂੰ ਸਿਖਾ ਦਿੱਤੇ ਆ, ਚਾਹੇ ਉਹ ਜ਼ਿੰਦਗੀ ਜਿਉਣ ਦੇ ਹੋਣ, ਚਾਹੇ ਉਹ ਬਿਜ਼ਨਸ ਕਰਨ ਦੇ ਹੋਣ, ਕਿਸੇ ਨਾਲ ਗੱਲ ਕਰਨ ਦੇ ਹੋਣ। ਹੁਣ ਸਭ ਤੋਂ ਜ਼ਿਆਦਾ ਜਿਹੜੇ ਇਫੈਕਟ ਹੋਏ ਆਪਾਂ ਕਹਿ ਸਕਦੇ ਹਾਂ ਕਿ ਰੈਸਟੋਰੈਂਟ ਬਿਜ਼ਨਸ ਨੇ। ਰੈਸਟੋਰੈਂਟ ਬਿਜ਼ਨਸ ਦੇ ਵਿੱਚ ਬਿਲਕੁਲ ਹੀ ਬੰਦ ਹੋ ਗਏ ਤੇ ਹਜੇ ਤੱਕ ਬੰਦ ਨੇ, ਹੁਣ ਹੌਲੀ ਹੌਲੀ ਜਿਹੜੇ ਉਹ ਖੁੱਲ ਰਹੇ ਨੇ। ਹੁਣ ਅਸੀਂ ਮਿਸਟਰ ਮਾਵੀ ਜੇ ਤੁਹਾਡੇ ਤੋਂ ਪੁੱਛੀਏ ਕਿ ਦੇਸੀ ਬਾਈਟਸ ਹਨਾ, ਜਿੱਥੇ ਲੋਕ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਬਿਜ਼ੀ ਸੀ ਤੇ ਉਸ ਤੋਂ ਬਾਅਦ ਲੋਕ ਡਰਨ ਲੱਗ ਗਏ ਕਿ ਅਸੀਂ ਜਾਣਾ ਨਹੀਂ ਹੈਗਾ ਰੈਸਟੋਰੈਂਟ ਦੇ ਵਿੱਚ, ਕਿਸ ਤਰ੍ਹਾਂ ਦਾ ਇਫੈਕਟ ਤੁਸੀਂ ਦੇਖਿਆ ਆਪਣੇ ਬਿਜ਼ਨਸ ਦੇ ਉੱਤੇ? ਅਸੀਂ ਜੀ ਆਲਮੋਸਟ ਜਦੋਂ ਇਹ ਸਟਾਰਟਿੰਗ ਹੋਇਆ ਸਾਰਾ ਕੁਝ ਮਾਰਚ ਦੇ ਵਿੱਚ ਆਪਣੇ ਇੱਥੇ 22-23 ਤਰੀਕ ਤੱਕ ਅਸੀਂ ਦੇਖਿਆ ਸਾਰਾ ਕੁਝ। ਸੇਲਸ ਵੀ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ ਸੀ, ਲੋਕ ਵੀ ਬਹੁਤ ਜ਼ਿਆਦਾ ਡਰਨ ਲੱਗ ਗਏ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਮਾਹੌਲ ਹੋਰ ਤਰ੍ਹਾਂ ਦਾ ਸੀਗਾ ਕਿ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ। ਫਿਰ ਆਪਾਂ ਤੁਹਾਡੀ ਸਹਾਇਤਾ ਦੇ ਨਾਲ ਆਪਾਂ ਇੱਕ ਲੰਗਰ ਦਾ ਉਪਰਾਲਾ ਵੀ ਕੀਤਾ ਸੀਗਾ। ਆਪਾਂ 2 ਵੀਕਾਂ ਉਹ ਲਗਾਤਾਰ ਆਪਾਂ ਫ੍ਰੀ ਸੇਵਾ ਕਰਦੇ ਰਹੇ। ਉਸ ਤੋਂ ਬਾਅਦ ਦੇ ਵਿੱਚ ਦੇਖਿਆ ਕਿ ਵੀ ਕੁਝ ਠੀਕ ਜਾਂ ਨਹੀਂ, EMPLOYEES ਦੇ ਵਿੱਚ ਵੀ ਡਰ ਸੀਗਾ, ਸਾਡੇ ਮਨਾਂ ਦੇ ਵਿੱਚ ਵੀ ਡਰ ਸੀ, ਕਿਉਂਕਿ ਆਪਣੇ ਘਰਾਂ ਦੇ ਵਿੱਚ ਬੱਚੇ, ਬਜ਼ੁਰਗ, ਮਾਤਾਵਾਂ, ਆਪਾਂ ਨੂੰ ਲੱਗਦਾ ਸੀ ਕਿ ਬਾਹਰ ਆਪਾਂ ਕੰਮ ਤੋਂ ਕੋਈ ਬਿਮਾਰੀ ਘਰੇ ਨਾ ਲੈ ਜਾਈਏ। ਤੇ ਉਹ ਦੇਖਦੇ ਹੋਏ ਜੀ ਅਸੀਂ 22-23 ਤਰੀਕ ਨੂੰ ਬੰਦ ਕਰਤਾ ਸੀਗਾ ਤੇ ਫਿਰ ਜਾ ਕੇ ਅਪ੍ਰੈਲ 9 ਨੂੰ ਆਈ ਥਿੰਕ 10 ਨੂੰ ਖੋਲਿਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਖੋਲਿਆ ਜੀ, ਉਸ ਤੋਂ ਮੈਨੂੰ ਲੱਗਦਾ ਪਲਾਜੀ ਦੇ ਵਿੱਚ 10 ਕੁ ਕਾਰਾਂ, 15 ਕੁ ਕਾਰਾਂ ਮਸੀਂ ਹੁੰਦੀਆਂ ਸੀਗੀਆਂ। ਫਿਰ ਹੌਲੀ ਰੱਬ ਦੀ ਕਿਰਪਾ ਦੇ ਨਾਲ ਬੈਕ ਆਇਆ, ਡਾਈਨ-ਇਨ ਖੁੱਲ੍ਹਣਾ ਸ਼ੁਰੂ ਹੋਇਆ। ਜਦੋਂ ਫਿਰ ਡਾਈਨ-ਇਨ ਖੋਲਿਆ, ਫਿਰ ਸੈਨੀਟਾਈਜ਼ ਦਾ ਸਭ ਤੋਂ ਵੱਡਾ ਹੋ ਕੇ 1-2 ਬੰਦੇ ਅਸੀਂ ਸਪੈਸ਼ਲ ਉਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਆਲ ਦਾ ਟਾਈਮ ਤੁਸੀਂ ਡੋਰਸ ਜਿਹੜੇ ਆਪਣੇ ਹੈਗੇ ਆ ਜਿੱਥੇ ਲੋਕ ਜ਼ਿਆਦਾ ਟੱਚ ਕਰਦੇ ਆ, ਸੈਨੀਟਾਈਜ਼ਰ ਲਵਾਏ ਵੀ ਹਾਂ ਵੀ ਨਾਲ ਦੀ ਨਾਲ ਜੇ ਕੋਈ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਆ ਤਾਂ ਨਾਲ ਦੀ ਨਾਲ ਸੈਨੀਟਾਈਜ਼ ਹੋ ਕੇ ਤੇ ਆਪਾਂ ਨੂੰ ਕੋਈ ਫਰਕ ਨਾ ਪਵੇ। ਸਾਰਿਆਂ ਨਾਲੋਂ ਪਹਿਲਾਂ ਤਾਂ ਸਿਹਤ ਹੀ ਜ਼ਰੂਰੀ ਆ ਵੀ ਹਾਂ ਵੀ ਆਪਾਂ ਆਪਣਾ ਆਪ ਲੋਕਾਂ ਦੇ ਨਾਲ ਆਪਾਂ ਆਪਣਾ ਵੀ, ਤੇ ਜਿਹੜੇ ਆਉਣੇ ਆ ਤਾਂ ਉਹ ਵੀ ਕਿਸੇ ਵਿਸ਼ਵਾਸ ਦੇ ਉਹਦੇ ਤੇ ਆਉਣੇ ਆ ਕਿ ਵੀ ਹਾਂ ਵੀ ਅਸੀਂ ਜਾਈਏ ਇੱਥੇ ਸਾਨੂੰ ਸੇਫ ਲੱਗਦਾ। ਤਾਂ ਅਸੀਂ ਆਪਣੇ ਵੱਲੋਂ ਪੂਰਾ ਧਿਆਨ ਰੱਖਿਆ ਤੇ ਹੁਣ ਰੱਬ ਦੀ ਕਿਰਪਾ ਦੇ ਨਾਲ ਥੋੜਾ ਜਿਹਾ ਬੈਕ ਟੂ ਨਾਰਮਲ ਆ ਰਿਹਾ ਸੀ ਸਾਰਾ ਕੁਝ। ਤੇ ਹੁਣ ਜਿਵੇਂ ਕਿ ਇੱਕ ਆਪਾਂ ਦੱਸਦੇ ਵੀ ਹਾਂ ਵੀ ਪਲਾਜੇ ਦੇ ਵਿੱਚ ਇੱਕ ਅਫਵਾਹ ਉੜੀ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਥੱਲੇ ਆਇਆ ਸੀਗਾ
ਤੇ ਸਟਿਲ ਹਜੇ ਵੀ ਥੋੜਾ ਜਿਹਾ ਲੋਕਾਂ ਦੇ ਵਿੱਚ ਡਰ ਹੈਗਾ। ਜੀ ਡਰ ਹੈਗਾ ਆ, ਜਿਵੇਂ ਮਿਸਟਰ ਢਿੱਲੋਂ ਨੇ ਆਪਣੀ ਗੱਲ 'ਚ ਕਿਹਾ ਹੈਗਾ ਆ ਕਿ ਕੌਨਫੀਡੈਂਸ ਜਿਹੜਾ ਲੈਣਾ ਲੋਕਾਂ ਦਾ ਬਹੁਤ ਔਖਾ ਹੈਗਾ, ਉਹ ਗੇਨ ਕਰਦੇ ਆ ਅਸੀਂ ਕਿ ਅਸੀਂ ਸਫਾਈ ਰੱਖ ਰਹੇ ਹੈਗੇ ਆ, ਅਸੀਂ ਕੁਝ ਵੀ ਇਦਾਂ ਦਾ ਤੁਹਾਡੇ ਤੋਂ ਲੁਕਾ ਨਹੀਂ ਰਹੇ, ਜੇ ਸਾਡੇ ਕਿਸੇ EMPLOYEE ਬਿਮਾਰ ਹੈਗਾ ਤਾਂ ਅਸੀਂ ਉਹਨੂੰ ਰਾਈਟ ਵੇ ਘਰੇ ਭੇਜ ਰਹੇ ਹੈਗੇ। ਸੋ ਇਦਾਂ ਦੀਆਂ ਚੀਜ਼ਾਂ ਸਾਰਿਆਂ ਨੇ ਕੀਤੀਆਂ ਨੇ, ਬਿਜ਼ਨਸ ਜਿਹੜੇ ਨੇ ਉਹ ਸਾਰੇ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਲੋਕਾਂ ਦਾ ਜਿਹੜਾ ਕੌਨਫੀਡੈਂਸ ਹੈਗਾ ਆ, ਫੇਥ ਹੈਗਾ ਆ, ਉਹ ਵਾਪਸ ਲੈ ਲਈਏ। ਪਰ ਹੁਣ ਜਿਵੇਂ ਤੁਸੀਂ ਕਿਹਾ ਕਿ ਇੱਕ ਵਾਰੀ ਤਾਂ ਬੰਦ ਕਰਨਾ ਪਿਆ ਬਿਜ਼ਨਸ, ਤੇ ਉਸ ਤੋਂ ਬਾਅਦ ਦੁਬਾਰਾ ਖੁੱਲਿਆ, ਤੇ ਹੁਣ ਜਿਹੜੀਆਂ ਅਫਵਾਹਾਂ ਫੈਲੀਆਂ ਨੇ, ਹੁਣ ਜਿਹੜੀਆਂ ਰੀਸੈਂਟ ਅਫਵਾਹਾਂ ਫੈਲਦੀਆਂ ਨੇ, ਉਹਦਾ ਅਸਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪਿਛਲੇ ਅਸਰ ਦੇ ਨਾਲੋਂ ਜ਼ਿਆਦਾ ਹੈ। ਇੰਨਾ ਤਾਂ ਨਹੀਂ ਹੈਗਾ, ਬਟ ਸਟਿਲ ਬਹੁਤ ਜ਼ਿਆਦਾ ਵੀ ਆਪਾਂ ਕਹਿ ਸਕਦੇ ਵੀ ਹੈਗਾ ਏ, ਕਿਉਂਕਿ ਉਸ ਟਾਈਮ ਤੇ ਤਾਂ ਇੱਕ ਪੂਰਾ ਹੀ ਲੋਕਾਂ ਦਾ ਮਾਈਂਡ ਹੀ ਇੱਕ ਪਾਸੇ ਫੋਕਸ ਹੋਇਆ ਵਾ ਸੀਗਾ, ਸਿਰਫ ਤੇ ਸਿਰਫ ਕੋਵਿਡ। ਰਾਈਟ ਨਾਓ ਜਿੰਨੇ ਕੁ ਬੰਦਿਆਂ ਨੇ ਨਿਊਜ਼ ਦੇਖੀ ਜਾਂ ਇੱਕ ਦੂਜੇ ਨੂੰ ਦੱਸਿਆ, ਤੇ ਉਹ ਬੰਦੇ ਕੁਝ ਜ਼ਿਆਦਾ ਪ੍ਰਭਾਵਿਤ ਹੋਏ ਆ ਇਹ ਚੀਜ਼ ਤੋਂ। ਤੇ ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਸਾਡੇ ਇਵਨ ਸਪਲਾਇਰ ਨਹੀਂ ਸੀ ਆ ਰਿਹਾ, ਅਸੀਂ ਵੀ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜੀ ਸੀਗੇ, ਤੇ ਮੈਂ ਉਹਨੂੰ ਹੁਣ ਫੋਨ ਕੀਤਾ ਆਪਣਾ ਪਰਸੋਂ, ਤੇ ਵੀ ਤੁਸੀਂ ਆ ਨਹੀਂ ਰਹੇ ਹੈਗੇ। ਉਹ ਕਹਿੰਦੇ ਵੀ ਸੌਰੀ ਸਰ, ਜਿਵੇਂ ਕਿ ਤੁਹਾਡੇ ਪਲਾਜ਼ੇ ਦੇ ਵਿੱਚ ਤੁਹਾਡੇ ਰੌਲਾ ਪਿਆ ਹੋਇਆ ਵੀ ਹਾਂ ਵੀ ਇੱਥੇ ਕੋਵਿਡ ਆ, ਤੇ ਵੀ ਤਾਂ ਕਰਕੇ ਅਸੀਂ ਅਵੋਇਡ ਕਰ ਰਹੇ ਹਾਂ, ਅਸੀਂ ਆਉਣਾ ਨਹੀਂ ਚਾਹੁੰਦੇ ਹੈਗੇ। ਤੇ ਫਿਰ ਉਹਨੂੰ ਸਮਝਾਇਆ, ਤਰੀਕੇ ਦੱਸਿਆ ਵੀ ਹਾਂ ਵੀ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਵੀ ਬੰਦੇ ਹੀ ਆ, ਤੇ ਅਸੀਂ ਵੀ ਜਾਂਦੇ ਆ ਰੋਜ਼, ਸਾਰਾ ਕੁਝ ਸਾਡੇ ਪਰਿਵਾਰ ਦੇ ਫੈਮਿਲੀ ਮੈਂਬਰ ਵੀ ਆਉਂਦੇ ਆ, ਸਟਾਫ ਵੀ ਆਉਂਦਾ, ਸਾਰੇ ਆਉਂਦੇ ਆ। ਤਾਂ ਉਹਨੂੰ ਇਹ ਗੱਲਾਂ ਸਮਝਾਉਣ ਤੋਂ ਬਾਅਦ ਦੇ ਵਿੱਚ ਫਿਰ ਚਲੋ ਆਇਆ ਕਿ ਸਪਲਾਈ ਕਰਕੇ ਗਿਆ। ਤਾਂ ਫਿਰ ਮੈਂ ਇਹ ਸੋਚਦਾ ਜ਼ਰੂਰ ਵੀ ਹਾਂ ਵੀ ਜਿੱਥੇ ਕਿ ਇੱਕ ਉਹ ਇਨਸਾਨ ਦੇ ਨਾਲ ਜਿਹਨਾਂ ਮੇਰੀ ਗੱਲਬਾਤ ਹੋਈ ਵੀ ਹਾਂ ਵੀ ਉਹ ਇੰਨਾ ਡਰਿਆ ਹੋਇਆ, ਤੇ ਜਿਹੜਾ ਸਪਲਾਇਰ ਹੈ ਜਿਹਨੇ ਕਿ ਸਮਾਨ ਦੇ ਕੇ ਮਨੀ ਆਪਣਾ ਉਹਦਾ ਬਿਜ਼ਨਸ ਹੈ, ਜੇ ਉਹ ਇੰਨਾ ਡਰ ਰਿਹਾ, ਤਾਂ ਆਮ ਲੋਕ ਆ ਜਿਹੜੇ ਉਹ ਤੋਂ ਕਿੰਨੇ ਕੁ ਡਰੇ ਹੋਣਗੇ। ਬਿਲਕੁਲ, ਜਿਨ੍ਹਾਂ ਨੇ ਫੂਡ ਖਾਣਾ ਆ, ਜਿੰਨੇ ਹੱਥਾਂ ਦਾ ਬਣਿਆ ਖਾਣਾ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਤਾਂ ਹੈ। ਮੇਰੇ ਡਾਕਟਰਸ ਦੇ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਤੇ ਮੈਂ ਉਹਨਾਂ ਤੋਂ ਕੁਐਸਚਨ ਰਾਈਟ ਅਵੇ ਪੁੱਛਿਆ। ਉਸ ਦਿਨ ਹੀ ਇੰਟਰਵਿਊ ਸੀ ਮੇਰੀ ਇੱਕ ਡਾਕਟਰ ਦੇ ਨਾਲ, ਮੈਂ ਪੁੱਛਿਆ ਕਿ ਹੁਣ EMPLOYEE ਜਿਹੜੇ ਨੇ ਉਹ ਕਰੋਨਾ ਵਾਇਰਸ ਤੋਂ ਤਾਂ ਚਲੋ ਉਹਨਾਂ ਨੂੰ ਹੋ ਸਕਦਾ ਆ, ਸ਼ਾਇਦ ਉਹਨਾਂ 'ਚ ਸਿੰਪਟਮ ਆ ਜਾਣ ਥੋੜੇ ਟਾਈਮ ਬਾਅਦ, ਕਿਉਂਕਿ ਰਾਈਟ ਅਵੇ ਨਹੀਂ ਪਤਾ ਲੱਗਦਾ ਕੀ ਫੂਡ 'ਚ ਹੋ ਸਕਦਾ। ਪਰ ਉਹਨਾਂ ਨੇ ਕਿਹਾ ਫੂਡ ਦਾ ਕੋਈ ਵੀ ਕੰਸਰਨ ਨਹੀਂ ਹੈਗਾ, ਕਿਉਂਕਿ ਪੂਰਾ ਕੁੱਕ ਫੂਡ ਹੁੰਦਾ ਹੈਗਾ ਆ, ਤੇ ਨਾਲੇ ਇੰਨਾ ਜ਼ਿਆਦਾ ਜਦੋਂ ਗਰਮ ਫੂਡ ਹੁੰਦਾ ਆ ਤਾਂ ਕੁੱਕ ਕਰਕੇ ਬਣਾਇਆ ਹੁੰਦਾ, ਤਾਂ ਉਹਦੇ ਨਾਲ ਕੋਈ ਵੀ ਇੰਪੈਕਟ ਨਹੀਂ ਪੈਂਦਾ, ਚਾਹੇ ਉਹ ਮਠਿਆਈ ਹੈ, ਚਾਹੇ ਉਹ ਕੋਈ ਫੂਡ ਹੈਗਾ ਆ। ਹੁਣ ਤੁਸੀਂ ਸਪਲਾਈ ਦੀ ਗੱਲ ਕੀਤੀ ਸੀਗੀ, ਹੁਣ ਮੈਂ ਮਿਸਟਰ ਢਿੱਲੋਂ ਤੁਹਾਨੂੰ ਪੁੱਛਾਂ ਕਿ ਚਾਹੇ ਤੁਹਾਡਾ ਜਿਹੜਾ ਬਿਜ਼ਨਸ ਹੈਗਾ ਆ ਉਹ 2-3 ਮਹੀਨੇ ਤੁਸੀਂ ਕਿਹਾ ਕਿ ਰੋਲਰ ਕੋਸਟਰ ਰਾਈਡ ਰਿਹਾ, ਇੱਕ ਵਾਰੀ ਅਪ ਚਲਾ ਗਿਆ, ਹੁਣ ਜਿਹੜਾ ਨੋਰਮਲ ਤੇ ਆ ਗਿਆ ਹੈਗਾ ਆ, ਸਪਲਾਈ ਨੂੰ ਲੈ ਕੇ ਤੁਹਾਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ? ਸਪਲਾਈ ਦੇ ਨਾਲ ਨੋ, ਕਿਉਂਕਿ ਸਾਡਾ ਸਾਰਾ ਜੋ ਸਪਲਾਈ ਦਾ ਗਵਰਨਮੈਂਟ ਸਪਲਾਈ ਹੁੰਦੀ ਹੈ, ਸੋ ਐਸੈਂਸ਼ੀਅਲ ਸਰਵਿਸ ਕਰਕੇ ਗਵਰਨਮੈਂਟ ਨੇ ਸਾਡਾ ਪੂਰਾ ਸਾਥ ਦਿੱਤਾ। ਯੈਸ, ਉਹਨਾਂ ਦਾ ਕੁਝ ਕੰਪਿਊਟਰ ਗਲਿਚ ਕਰਕੇ ਕੰਪਿਊਟਰ ਟੈਕਨੀਸ਼ੀਅਨਸ ਨਹੀਂ ਆ ਸਕੇ, 2 ਵੀਕ ਅਸੀਂ ਬਹੁਤ ਤੰਗ ਰਹੇ, ਸਾਡੀ ਡਿਲੀਵਰੀਜ਼ ਨਹੀਂ ਆ ਰਹੀਆਂ। ਪਰ ਚਲੋ ਜੋ ਸਾਡੇ ਕੋਲ 올ਡ ਸਟਾਕ ਸੀ ਉਹਦੇ ਨਾਲ ਹੀ ਸਰਵਾਈਵ ਕੇ ਅਸੀਂ ਕੀਤਾ, ਵੀ ਜੋ ਵੀ ਹੈਗਾ ਸੀ ਕਿ ਕਸਟਮਰ ਉਹੀ ਲੈ ਕੇ ਜਾ ਰਹੇ ਸੀ। ਕਿ ਇੱਕ ਵੀਕ ਇਹੋ ਜਿਹਾ ਸਾਡੇ ਕੋਲ ਬੀਅਰ ਨਹੀਂ ਸੀ ਕੁਝ ਖਾਸ ਹੈਗੀ, ਪਰ ਕਸਟਮਰ ਕੋਲ ਜੋ ਸ਼ੈਲਫ ਦੇ ਉੱਤੇ ਹੈਗਾ ਸੀ ਦੇ ਵਰ ਟੇਕਿੰਗ ਦੈਟ, ਕੋਈ ਆਪਸ਼ਨ ਨਹੀਂ ਸੀ ਹੋਰ ਹੈਗੀ। ਤੇ ਜਿਹੜੀ ਆ ਪਿਛਲੀ ਅਫਵਾਹ ਬਾਰੇ ਕੀਤੀ, ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ ਕਿ ਪਹਿਲਾਂ ਕੋਵਿਡ ਦੇ ਵਿੱਚ ਸਾਨੂੰ ਇੰਨਾ ਫਰਕ ਨਹੀਂ ਪਿਆ, ਪਰ ਇਸ ਅਫਵਾਹ ਕਰਕੇ ਅਬਾਊਟ 3 ਤੋਂ 4 ਦਿਨ ਪਲਾਜ਼ਾ ਟੋਟਲੀ ਡੈਡ ਸੀ। ਈਵਨ ਸਾਡੀ ਸੇਲਸ ਵੀ ਉਸ ਦਿਨ ਬਿਲੋ ਨਾਰਮਲ। ਤੁਸੀਂ ਕਹਿ ਸਕਦੇ ਕਿ ਲੋਕੀ ਜਿਹਨੂੰ ਕਹਿੰਦੇ ਕਿ ਡਰ, ਹਰ ਕੋਈ ਡਰਦਾ, ਪਰ ਡਰੋ ਜਿੰਨਾ ਕਿ ਡਰਨਾ ਉਹਨਾਂ ਡਰੋ, ਵੀ ਐਵੇਂ ਜ਼ਿਆਦਾ ਡਰਨਾ ਵੀ ਨਹੀਂ ਹੁੰਦਾ। ਇਹ ਘਰੇ ਤੇ ਆ ਨਹੀਂ ਚੱਲਿਆ, ਪ੍ਰੀਕਾਸ਼ਨਸ ਰੱਖੋ ਆਪਣੀਆਂ, ਕੀਪ ਸੇਫ ਡਿਸਟੈਂਸ, ਜੋ ਡਾਕਟਰ ਬੋਨੀ ਹੈਨਰੀ ਕਹਿ ਰਹੀ ਆ, ਪ੍ਰੋਟੋਕਾਲ ਉਹਨਾਂ ਦੇ ਫੋਲੋ ਕਰੋ, ਬਿਲਕੁਲ ਫਿਰ ਆਪਾਂ ਇਹਦੇ ਵਿੱਚੋਂ ਲੰਘ ਸਕਦੇ ਹਾਂ। ਜੀ ਬਿਲਕੁਲ ਵਧੀਆ ਗੱਲ ਕਹੀ ਹੈ ਤੁਸੀਂ। ਸਾਨੂੰ ਇੱਕ ਸਰਟਨ ਅਮਾਉਂਟ ਦਾ ਜਿਹੜਾ ਡਰਨਾ ਵੀ ਚਾਹੀਦਾ ਹੈਗਾ ਆ, ਤੇ ਸਾਨੂੰ ਡਰਨਾ ਨਹੀਂ ਵੀ ਚਾਹੀਦਾ ਹੈਗਾ। ਹੁਣ ਜੇ ਅਸੀਂ ਡਰ ਕੇ ਘਰੇ ਬੈਠੇ ਰਵਾਂਗੇ ਉਹਦੇ ਨਾਲ ਵੀ ਨਹੀਂ ਕੁਝ ਬਣਨ ਵਾਲਾ, ਪਰ ਜੇ ਅਸੀਂ ਬਿਨਾਂ ਡਰ ਤੋਂ ਘਰੇ ਉਦਾਂ ਬਾਹਰ ਤੁਰੇ ਫਿਰਾਂਗੇ ਉਹ ਵੀ ਨਹੀਂ ਸਹੀ ਹੈਗਾ। ਸੋ ਸਾਨੂੰ ਇੱਕ ਸਰਟਨ ਜਿਹੜੀ ਹੈਗੀ ਉਹਨਾਂ ਦੀਆਂ ਪ੍ਰੋਟੋਕੋਲਸ ਨੇ ਜਿਹੜੇ ਦਿੱਤੇ ਗਏ ਸਾਨੂੰ, ਗਾਈਡਲਾਈਨਸ ਨੇ, ਉਹ ਸਾਨੂੰ ਫੋਲੋ ਜਿਹੜੀਆਂ ਉਹ ਕਰਨੀਆਂ ਪੈਣੀਆਂ ਹੈਗੀਆਂ ਨੇ। ਹੁਣ ਲਿਕਰ ਸਟੋਰਸ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਤੇ ਡਿਸਟਿਲਰੀਜ਼ ਸੀਗੀਆਂ ਜਿਹੜੀਆਂ ਉਹਨਾਂ ਨੇ ਹੈਂਡ ਸੈਨੀਟਾਈਜ਼ਰ ਬਣਾਉਣੇ ਸ਼ੁਰੂ ਕਰ ਦਿੱਤੇ, ਕੋਈ ਨਾ ਕੋਈ ਵੇ ਜਿਹੜਾ ਉਹਨਾਂ ਨੇ ਲੱਭ ਲਿਆ ਹੈਗਾ ਆ ਤਾਂ ਕਿ ਵਰਕ ਦਿੱਤਾ ਜਾ ਸਕੇ। ਹੁਣ ਪਿੱਛੇ ਜਿਹੜੀਆਂ ਖਬਰਾਂ ਆਈਆਂ ਸੀ ਕਿ ਵਰਕ ਸੇਫ BC ਦੇ ਨਾਲ ਰਲ ਕੇ ਜਿਹੜੀਆਂ ਗਾਈਡਲਾਈਨਸ ਉਹ ਫੋਲੋ ਕੀਤੀਆਂ ਗਈਆਂ ਨੇ, ਕਿ ਤੁਹਾਡੇ ਨਾਲ ਕੰਟੈਕਟ ਕੀਤਾ ਗਿਆ ਵਰਕ ਸੇਫ BC ਵੱਲੋਂ? ਵਰਕ ਸੇਫ BC ਨੇ ਨਹੀਂ ਕੀਤਾ, ਪਰ ਅਸੀਂ ਜਦੋਂ ਦੀਆਂ ਸ਼ੁਰੂ ਤੋਂ ਗਾਈਡਲਾਈਨਸ ਆਈਆਂ ਹੈ ਕਿ ਐਟ ਐਨੀ ਟਾਈਮ ਤੁਹਾਡੇ ਸਟੋਰ ਦੇ ਵਿੱਚ ਜਾਂ ਕਿਸੇ ਵੀ ਬਿਜ਼ਨਸ ਵਿੱਚ ਨਾਟ ਮੋਰ ਦੈਨ 10 ਪੀਪਲ ਇਨਕਲੂਡਿੰਗ ਯਰ EMPLOYEES, ਅਸੀਂ ਇਹ ਸ਼ੁਰੂ ਤੋਂ ਫੋਲੋ ਕੀਤਾ। ਜਿਸ ਦਿਨ ਤੋਂ ਕੋਵਿਡ ਸ਼ੁਰੂ ਹੋਇਆ ਕਿ ਕਿਸੇ ਵੀ ਟਾਈਮ ਅਸੀਂ 10 ਤੋਂ ਜ਼ਿਆਦਾ ਬੰਦੇ ਸਟੋਰ ਦੇ ਵਿੱਚ ਨਹੀਂ ਆਉਣ ਦਿੱਤੇ। ਸੋ ਸਾਡੀ ਲੇਬਰ ਕਾਸਟ ਵਧੀ, ਇੱਕ ਅਸੀਂ ਸੈਨੀਟਾਈਜ਼ਰ ਲਈ ਬੰਦਾ ਸੈਪਰੇਟ ਰੱਖਿਆ, ਇੱਕ ਸਪੈਸ਼ਲ ਕਿ ਐਂਟਰੀ ਐਂਡ ਐਗਜ਼ਿਟ ਪੁਆਇੰਟ ਤੇ ਵੀ ਐਂਟਰੀ ਤੇ ਜੇ ਫਿਟਸ ਮੋਰ ਦੈਨ 10 ਯੂ ਸਟਾਪ ਦੈਮ, ਪਿੱਛੇ ਬਾਹਰ ਕਲੋਜ਼ ਹੋ, ਲਾਈਨ ਕਰੋ, ਅੰਦਰ ਜਿੰਨਾ ਡਿਸਟੈਂਸ ਤੁਸੀਂ ਮੇਨਟੇਨ ਕਰ ਸਕਦੇ ਜੇ
ਵਿਦ ਦ ਨੰਬਰ ਆਫ ਪੀਪਲ ਕਿ 10 ਤੋਂ ਜ਼ਿਆਦਾ ਇਨਕਲੂਡਿੰਗ EMPLOYEES ਅਸੀਂ ਹੋਣ ਨਹੀਂ ਦਿੱਤੇ। ਦੈਟਸ ਗੁੱਡ। ਪਰ ਉਹਨਾਂ ਤੁਸੀਂ ਖੁਦ ਉਹਨਾਂ ਨਾਲ ਜਿਹੜਾ ਹੈਗਾ ਆ ਉਹ ਕੋਈ ਗੱਲਬਾਤ ਕੀਤੀ? ਨਹੀਂ, ਉਹਨਾਂ ਨੇ ਸਾਡੇ ਨਾਲ ਉਹਨਾਂ ਨੇ ਕੋਈ ਗਾਈਡਲਾਈਨਸ ਦਿੱਤੀਆਂ ਤੁਹਾਨੂੰ? ਗਾਈਡਲਾਈਨਸ ਸਾਨੂੰ WCB ਨੇ ਜਾਂ ਹੋਰ ਕਿਸੇ ਨੇ ਦਿੱਤੀਆਂ, ਅਸੀਂ ਸਿਰਫ ਬੌਨੀ ਹੈਨਰੀ ਦੀ ਜਿਹੜੀ ਇੱਕੋ ਹੀ ਗਾਈਡਲਾਈਨ ਹੈ ਜੀ ਕਿ ਸੋਸ਼ਲ ਡਿਸਟੈਂਸਿੰਗ ਡਿਸਟੈਂਸ ਰਿਕੁਆਇਰਮੈਂਟ। ਸੋ ਤੁਹਾਡੇ ਵੱਲੋਂ ਵੀ ਵਰਕ ਸੇਫ BC ਨਾਲ ਕੋਈ ਗੱਲਬਾਤ ਨਹੀਂ ਹੋਈ ਜਾਂ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਉਹਨਾਂ ਦੇ ਵੱਲੋਂ? ਨਹੀਂ, ਅਸੀਂ ਵੇਟ ਕਰਦੇ ਸੀ ਵੀ ਕੋਈ ਨਾ ਕੋਈ ਆਊਗਾ ਫਰੇਜ਼ਰ ਹੈਲਥ ਵਾਲਾ। ਮੋਸਟਲੀ ਰੈਸਟੋਰੈਂਟ ਵਾਲੇ ਨੇ ਜਿੰਨੇ ਹੋਰ ਸਾਰੇ ਡਰਦੇ ਹੀ ਆ ਫਰੇਜ਼ਰ ਹੈਲਥ ਵਾਲਿਆਂ ਤੋਂ, ਬਟ ਮੈਂ ਜਦੋਂ ਦਾ ਖੋਲਿਆ ਮੇਰੇ ਦਿਲ ਤੋਂ ਆ ਕਿ ਵੀ ਆਉਣ। ਅਸੀਂ ਜੇ ਕਿਤੇ ਨਾ ਕਿਤੇ ਅਸੀਂ ਨਵੇਂ ਆ, ਅਸੀਂ ਜੇ ਕਿਤੇ ਗਲਤ ਹੋਈਏ ਤਾਂ ਸਾਨੂੰ ਦੱਸਣ ਆ ਕੇ, ਸਾਡੀ ਹੈਲਪ ਕਰਨ ਵੀ ਤੁਸੀਂ ਨਵੇਂ ਆ ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਸ਼ਾਇਦ ਕਿਤੇ ਹੋ ਸਕਦਾ ਅਸੀਂ ਗਲਤ ਵੀ ਹੋਈਏ ਤਾਂ ਸਾਨੂੰ ਸਹੀ ਰਸਤੇ ਤੇ ਪਾਉਣ। ਪਰ ਜਿੱਥੇ ਤੱਕ ਮੈਂ ਦੇਖ ਰਿਹਾ ਅਸੀਂ ਵੇਟ ਕਰਦੇ ਸੀਗੇ, ਕੋਈ ਨਹੀਂ ਆਇਆ ਹੈਗਾ। ਨੰਬਰ 2 ਲਾਈਕ ਮੈਂ ਕਿਤੇ ਖਾਣ ਗਿਆ ਸੀ ਤੇ ਕਿਸੇ ਰੈਸਟੋਰੈਂਟ ਦੇ ਵਿੱਚ ਉਹਨਾਂ ਦੇ ਉੱਥੇ ਮੈਂ ਦੇਖਿਆ ਕਿ ਉਹ ਜਿੰਨੇ ਵੀ ਗੈਸਟ ਆ ਰਹੇ ਸੀ ਉਹਨਾਂ ਦੇ ਨੰਬਰ ਲੈ ਰਹੇ ਸੀ ਜੀ, ਤੇ ਉਹਨਾਂ ਦੇ ਨਾਮ ਲਿਖ ਰਹੇ ਸੀ, ਐਡਰੈਸ ਨਹੀਂ ਸੌਰੀ ਤੇ ਨਾਮ ਤੇ ਉਹ ਲਿਖ ਰਹੇ ਸੀਗੇ। ਤੇ ਅਸੀਂ ਵੀ ਫਿਰ ਉਹੀ ਚੀਜ਼, ਸਾਨੂੰ ਹਾਲਾਂਕਿ ਪਤਾ ਨਹੀਂ ਸੀ ਇਹ ਕਿਤੋਂ ਨਹੀਂ ਸੀ, ਬਟ ਉਹ ਮੈਂ ਜੋ ਦੇਖਿਆ ਮੈਂ ਕਿਹਾ ਵੀ ਆਹ ਚੀਜ਼ ਸਾਨੂੰ ਵੀ ਉਹ ਕਰਨੀ ਚਾਹੀਦੀ ਹੈ। ਬਿਲਕੁਲ। ਬਟ ਉਹ ਅਸੀਂ ਆਪਣੇ ਉਹਦੇ ਵਿੱਚ ਕੀਤਾ ਤੇ ਰੋਜ਼ ਜਿੰਨੇ ਵੀ ਗੈਸਟ ਆਉਂਦੇ ਉਹਨਾਂ ਦੇ ਲਿਖਦੇ ਆ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਪਤਾ ਲੱਗ ਜਾਂਦਾ ਵੀ ਹਾਂ ਵੀ ਕਿਹੜਾ ਬੰਦਾ ਕਿੱਦਾਂ ਹੋਇਆ ਆਇਆ ਸੀਗਾ। ਸੋ ਇਹ ਇੱਕ ਵਧੀਆ ਗੱਲ ਹੈਗੀ ਹੈ ਕਿਉਂਕਿ ਅੱਗੇ ਜਾ ਕੇ ਆਉਣ ਵਾਲਾ ਹੈਗਾ ਕੰਟੈਕਟ ਟ੍ਰੇਸਿੰਗ, ਕਿ ਕੌਣ ਤੁਹਾਡੇ ਨਾਲ ਆ ਕੇ ਬੈਠਾ ਹੈ, ਕਿਹਨੇ ਗੱਲ ਕੀਤੀ ਹੈ, ਕੌਣ ਰੈਸਟੋਰੈਂਟ 'ਚ ਵਿਜ਼ਿਟ ਕਰਨ ਆਇਆ ਸੀ, ਕਿੰਨੇ ਜਾਣੇ ਡਿਲੀਵਰੀ ਕਰਨ ਆਏ ਸੀ, ਤਾਂ ਕਿ ਪਤਾ ਲੱਗ ਸਕੇ ਜੇ ਇੱਕ ਜਾਣੇ ਨੂੰ ਵੀ ਕੋਵਿਡ ਹੁੰਦਾ ਤੇ ਉਹਦੇ ਆਸੇ-ਪਾਸੇ ਉਹ ਕਿੰਨੇ ਜਾਣੇ ਨੂੰ ਮਿਲ ਕੇ ਆਇਆ ਹੈ। ਸੋ ਦੈਟਸ ਗੁੱਡ। ਸੋ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਮੈਂ ਬਿਜ਼ਨੈਸਿਸ ਦੇ ਬਾਹਰ ਬਹੁਤ ਦੇਖਿਆ ਹੈ ਕਿ ਇੱਕ ਪੇਪਰ ਲੱਗਿਆ ਹੁੰਦਾ ਆ, ਉਹਦੇ ਉੱਤੇ ਗਾਈਡਲਾਈਨਸ ਲਿਖੀਆਂ ਹੁੰਦੀਆਂ ਨੇ। ਆਈ ਥਾਟ ਕਿਉਂਕਿ ਜਿੰਨੀਆਂ ਵੀ ਮੈਂ ਖਬਰਾਂ ਸੁਣੀਆਂ ਨੇ ਜਾਂ ਮੈਂ ਜਿੰਨੀਆਂ ਵੀ ਪੜ੍ਹੀਆਂ ਨੇ ਉਹਦੇ ਵਿੱਚ ਇਦਾਂ ਕਿ ਵਰਕ ਸੇਫ BC ਵਾਲੇ ਤੁਹਾਨੂੰ ਗਾਈਡਲਾਈਨਸ ਦੇਣਗੇ, ਪਰ ਤੁਹਾਨੂੰ ਨਾਲ ਗੱਲ ਕਰਕੇ ਪਤਾ ਲੱਗੇ ਵੀ ਉਹਨਾਂ ਵੱਲੋਂ ਕੋਈ ਨਹੀਂ ਦਿੱਤੀ ਗਈ। ਪਰ ਜਿਹੜੀਆਂ ਉਹ ਕਾਪੀਜ਼ ਹੈ ਉਹ ਤੁਹਾਡੇ ਵੱਲੋਂ ਵੀ ਲਗਾਈਆਂ ਗਈਆਂ ਬਿਜ਼ਨਸ ਦੇ ਬਾਹਰ? ਹਾਂਜੀ, ਅਸੀਂ ਸਿਰਫ ਸੋਸ਼ਲ ਡਿਸਟੈਂਸਿੰਗ ਲਈ ਸਾਨੂੰ ਕਿਸੇ ਨੇ ਪ੍ਰੋਵਾਈਡ ਨਹੀਂ ਕੀਤੀ, ਅਸੀਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਲਾਈਆਂ ਕਿ ਜਸਟ ਆਪਣੇ ਬਿਹਾਫ ਤੇ, ਸਾਨੂੰ ਕਿਸੇ ਨੇ ਕੋਈ ਸਪਲਾਈ ਨਹੀਂ ਕੀਤਾ। ਸੋ ਪਰ ਕੋਵਿਡ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਉਹ ਪੋਸਟ ਕੀਤਾ ਤਾਂ ਕਿ ਲੋਕਾਂ ਨੂੰ ਯਾਦ ਰਵੇ ਕਿ ਆਪਾਂ ਆਏ ਆ ਤੇ ਸੋਸ਼ਲ ਡਿਸਟੈਂਸਿੰਗ ਰੱਖਣਾ। ਪਲੱਸ ਅਸੀਂ ਇੱਕ ਫਲੋਰ ਤੇ ਸਾਈਨ ਲਗਾਇਆ ਕਿ ਵੇਅਰ ਯੂ ਕੈਨ ਸਟੈਂਡ ਜੀ, 2 ਮੀਟਰ ਦਾ ਡਿਸਟੈਂਸ ਕਰਕੇ ਕਿ ਫੋਲੋ ਦਿਸ। ਜੀ, ਸੋ ਤੁਹਾਡੇ ਵੱਲੋਂ ਵੀ ਇਦਾਂ ਕੋਈ ਗਾਈਡਲਾਈਨਸ ਜਿਹੜੀਆਂ ਬਾਹਰ ਲਗਾਈਆਂ ਗਈਆਂ ਬਿਜ਼ਨਸ ਤੋਂ ਬਾਹਰ? ਨਹੀਂ, ਅਸੀਂ ਆਪਣੇ ਵੱਲੋਂ ਟਰਾਈ ਕੀਤੀ ਜੀ। ਜਿਵੇਂ ਕੋਈ ਆਉਂਦਾ ਨਾ ਉਹ ਸਮ ਟਾਈਮ ਉਹ ਬੰਦਾ ਰਿਅਲਾਈਜ਼ ਨਹੀਂ ਕਰਦਾ, ਉਹਨੂੰ ਪਤਾ ਨਹੀਂ ਲੱਗਦਾ ਕਿ ਇਸ ਮਾਹੌਲ 'ਚ ਖੜਾ ਜਾਂ ਕਿੱਦਾਂ ਵੀ ਹੈ ਜਾਂ ਕੀ ਚੱਲ ਰਿਹਾ, ਕੋਵਿਡ ਆਇਆ ਵਾ। ਤੇ ਅਸੀਂ ਆਪਣੇ ਵੱਲੋਂ ਟਰਾਈ ਕੀਤੀ ਹੈ ਹਰੇਕ ਜਗ੍ਹਾ ਉਹਨੂੰ, ਜਦੋਂ ਵੀ ਕਿਸੇ ਬੰਦੇ ਦੀ ਕਿਸੇ ਪਾਸੇ ਆਪਣਾ ਨਿਗਾਹ ਜਾਂਦੀ ਹੈ ਤਾਂ ਉਹਨੂੰ ਪਤਾ ਲੱਗੇ ਵੀ ਹਾਂ ਵੀ ਆਪਾਂ ਇਸ ਤੇ ਆ, ਵੀ ਆਪਾਂ ਲਾਈਨ ਅਪ ਦੇ ਵਿੱਚ ਲੱਗਣਾ ਤਾਂ ਆਪਾਂ ਐ ਖੜਨਾ, ਆਪਾਂ ਵੇਟ ਕਰਨੀ ਆ। ਆਪਾਂ ਜਿਵੇਂ ਭਾਜੀ ਨੇ ਦੱਸਿਆ ਵੀ ਮਾਰਕ ਕੀਤੇ ਹੋਏ ਆ ਵੀ ਹਾਂ ਵੀ ਤੁਸੀਂ ਇੱਥੇ ਖੜ ਸਕਦੇ ਆ। ਬਾਕੀ ਡਾਈਨਿੰਗ ਹੈ, ਡਾਈਨਿੰਗ ਸਾਡੇ ਵੱਲੋਂ ਹੁਣ ਤੱਕ ਇਹੀ ਸੀਗਾ ਕਿ ਵੀ 50% ਖੋਲਿਆ ਜਾਵੇ। ਹੁਣ ਵੀ ਇਦਾਂ ਹੀ ਹੈ, ਇੱਕ ਟੇਬਲ ਜੇ ਇੱਕ ਲੱਗ ਗਿਆ ਤਾਂ ਉਸ ਦੀ ਸਾਈਡ ਦਾ ਦੂਜਾ ਟੇਬਲ ਨਹੀਂ ਲੱਗਣਾ ਚਾਹੀਦਾ, ਫਿਰ ਉਸ ਤੋਂ ਅਗਲਾ, ਫਿਰ ਉਸ ਤੋਂ ਇੱਕ ਛੱਡ ਕੇ ਫਿਰ ਉਸ ਤੋਂ ਅਗਲਾ, ਯਾਨੀ 50% ਡਾਈਨਿੰਗ ਓਪਨ ਕੀਤਾ ਹੋਇਆ। ਬਾਕੀ ਹੋਰ ਜਿੰਨਾ ਕੁ ਹੋ ਸਕਦਾ, ਅੱਜ ਵੀ ਮੈਂ ਹੁਣੇ ਗਾਰਡ ਲੈ ਕੇ ਆਇਆ ਕਿ ਉਹਨਾਂ ਦੇ ਵਿੱਚ ਵੀ ਜੇ ਲੱਗ ਸਕੇ ਵੀ ਹਾਂ ਵੀ ਜਿਵੇਂ ਕੋਈ ਚਾਂਸ ਨਾ ਰਹੇ ਬੰਦੇ ਦਾ ਇੱਧਰ ਉੱਧਰ ਹੋਣ ਦਾ। ਜੀ ਬਿਲਕੁਲ। ਜਿਵੇਂ ਹੁਣ 2 ਮੀਟਰ ਦੀ ਦੂਰੀ ਤਾਂ ਹੈਗਾ ਹੀ ਆ ਕਿ ਅਸੀਂ 2 ਮੀਟਰ ਦੂਰ ਹੋ ਕੇ ਖੜਨਾ ਹੈਗਾ ਆ। ਹੁਣ ਫੇਜ਼ 3 ਦੇ ਵਿੱਚ ਅਸੀਂ ਆ ਗਏ ਹੈਗੇ ਆ ਜਿੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬਿਜ਼ਨਸ ਖੋਲ ਸਕਦੇ ਆ, ਟੂਰਿਜ਼ਮ ਕਰ ਸਕਦੇ ਆ ਇੱਧਰ ਉੱਧਰ। ਹੁਣ ਫੇਜ਼ 3 ਦੇ ਵਿੱਚ ਤੁਸੀਂ ਕੀ ਦੇਖਿਆ ਆਪਣੇ ਬਿਜ਼ਨਸ ਦੇ ਵਿੱਚ? ਜਿਵੇਂ ਤੁਹਾਡੇ ਤੁਸੀਂ ਆਪਣੇ ਵੱਲੋਂ ਪੂਰਾ ਪ੍ਰੀਕਾਸ਼ਨ ਲੈ ਰਹੇ ਹੈਗੇ ਆ, ਪਰ ਜਿਹੜੇ ਤੁਹਾਡੇ ਕਸਟਮਰ ਆ ਰਹੇ ਨੇ ਕੀ ਉਹਨਾਂ ਦੇ ਵੱਲੋਂ ਪ੍ਰੀਕਾਸ਼ਨਸ ਲਿੱਤੀਆਂ ਜਾ ਰਹੀਆਂ ਨੇ? ਕੀ ਉਹ ਬਿਹੇਵ ਕਰਦੇ ਨੇ ਜਦੋਂ ਬਿਜ਼ਨਸ ਦੇ ਵਿੱਚ ਆਉਂਦੇ ਨੇ? ਹੁਣ ਜਦੋਂ ਦਾ ਫੇਜ਼ 3 ਖੋਲਿਆ ਲੋਕਾਂ ਦੇ ਵਿੱਚ ਕੌਨਫੀਡੈਂਸ ਵਧਿਆ, ਨੋ ਡਾਊਟ। ਪਰ ਜਿਵੇਂ ਕਹਿੰਦੇ ਹੁੰਦਾ ਜਦੋਂ ਬੰਦਾ ਜ਼ਿਆਦਾ ਦਲੇਰ ਹੋ ਜਾਂਦਾ ਤੇ ਮਰਦਾ ਵੀ ਉਦੋਂ ਹੀ ਆ। ਸੋ ਹੁਣ ਕਈ ਵਾਰੀ ਸ਼ਾਮੀ ਗਰੁੱਪ, ਯਾਨੀ ਕਿ ਜਦੋਂ ਕਹਿ ਸਕਦੇ ਹਾਂ 4-5 ਦਾ ਗਰੁੱਪ ਇਕੱਠਾ ਹੋ ਕੇ ਆ ਗਿਆ, ਫਿਰ ਉਹਨਾਂ ਨੂੰ ਰਿਮਾਈਂਡ ਕਰਾਉਣਾ ਪੈਂਦਾ, ਭਾਈ ਸਾਹਿਬ ਹੱਲੇ ਆਪਾਂ ਕੋਵਿਡ ਚੋਂ ਬਾਹਰ ਨਹੀਂ ਆਏ, ਹੱਲੇ ਖਤਰਾ ਸਿਰ ਤੇ ਹੈਗਾ, ਸੋ ਪਲੀਜ਼ ਡਿਸਟੈਂਸ ਰੱਖੋ। ਕੌਨਫੀਡੈਂਸ ਚੰਗੀ ਚੀਜ਼ ਆ, ਪਰ ਨਾਲ ਪ੍ਰੀਕਾਸ਼ਨ, ਸੇਫਟੀ ਪ੍ਰੀਕਾਸ਼ਨ ਨਾਲ ਜ਼ਰੂਰ ਰੱਖਣੀ ਚਾਹੀਦੀਆਂ। ਇਹ ਰੱਖਾਂਗੇ ਤੇ ਤਾਂ ਹੀ ਆਪਾਂ ਇਹਦੇ ਵਿੱਚੋਂ ਥਰੂ ਹੋ ਕੇ ਜਾਵਾਂਗੇ। ਸੋ ਲੋਕਾਂ ਨੂੰ ਹੱਲੇ ਵੀ, ਜਿਵੇਂ ਡਾਕਟਰ ਬੌਨੀ ਹੈਨਰੀ ਨੇ ਫੇਜ਼ 3 ਖੋਲ ਤੇ ਦਿੱਤਾ, ਪਰ ਉਹ ਨਾਲ ਤੁਹਾਨੂੰ ਹਮੇਸ਼ਾ ਹਰ ਰੋਜ਼ ਆਪਣੀ ਬਰੀਫਿੰਗ ਦੇ ਵਿੱਚ ਉਹ ਕਹਿੰਦੀ ਹੈ ਕਿ ਇਟਸ ਨਾਟ ਓਵਰ ਯੈਟ, ਆਪਾਂ ਨੂੰ ਸੋਸ਼ਲ ਡਿਸਟੈਂਸਿੰਗ ਜਾਂ ਜੋ ਵੀ ਪ੍ਰੋਟੋਕਾਲ ਹੈ ਉਹ ਫੋਲੋ ਕਰਨੇ ਪੈਣੇ ਆ, ਫਿਰ ਹੀ ਆਪਾਂ ਇਹਦੇ ਵਿੱਚੋਂ ਥਰੂ ਹੋ ਕੇ ਜਾਵਾਂਗੇ। ਸੋ ਲੋਕਾਂ ਨੂੰ ਰਿਮਾਈਂਡ ਕਰਾਉਂਦੇ ਰਹਿਣਾ ਚਾਹੀਦਾ, ਸਾਨੂੰ ਵੀ ਅਸੀਂ ਰੋਜ਼ ਕਰਾਉਂਦੇ ਆ ਕਿ ਡੋਂਟ ਗੈਟ ਟੂਗੇਦਰ ਜਾਂ ਗਰੁੱਪ ਦੇ ਵਿੱਚ ਨਾ ਉਹ ਸੈਪਰੇਟ, ਕੀਪ ਦ ਡਿਸਟੈਂਸ। ਤੁਹਾਡੇ ਵੱਲੋਂ ਇਦਾਂ ਦਾ ਕੁਝ ਅਬਜ਼ਰਵ ਕੀਤਾ ਗਿਆ ਲੋਕਾਂ ਵੱਲੋਂ ਕਿ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਅਣਗਹਿਲੀ ਕਰ ਰਹੇ ਨੇ? ਹਾਂਜੀ, ਆਮ ਤੌਰ ਤੇ ਦੇਖਣ ਨੂੰ ਮਿਲਦਾ ਜੀ। ਤੇ ਪਿੱਛੇ ਜੇ ਲਾਈਕ
ਥੋੜੇ ਦਿਨ ਪਹਿਲਾਂ ਦੀ ਗੱਲ ਆ ਵੀ ਜਦੋਂ ਹਜੇ ਉਹ ਵੀ ਉਸ ਟਾਈਮ ਵੀ ਲੋਕਾਂ ਦੇ ਵਿੱਚ ਐਡਾ ਕੋਈ ਜ਼ਿਆਦਾ ਉਹ ਨਹੀਂ ਸੀਗਾ, ਗਰੁੱਪਸ ਬਣਾ ਕੇ ਇਕੱਠੇ ਖੜਨਾ ਆਪਣਾ ਕਰਨਾ। ਬਟ ਆਲੇ ਦੁਆਲੇ ਉਦਾਂ ਜਿਵੇਂ ਆਪਾਂ ਦੇਖਦੇ ਆ ਕਿ ਵੀ ਜਾਣੀ ਇੰਨਾ ਕੋਈ ਜ਼ਿਆਦਾ ਫੋਲੋ ਨਹੀਂ ਕਰ ਰਿਹਾ ਹੈਗਾ। ਸਮ ਟਾਈਮ ਆਪਾਂ ਕਿਤੇ ਡਰਦੇ ਵੀ ਆ ਵੀ ਹਾਂ ਵੀ ਫਲਾਣੀ ਜਗ੍ਹਾ ਤੇ ਇਹ ਚੀਜ਼ ਆ ਬਟ ਜਦੋਂ ਆਪਣੇ ਤੇ ਹੁੰਦੀ ਹੈ ਵੀ ਆਪਾਂ ਆਪ ਦੇਖਦੇ ਵੀ ਨਹੀਂ ਹੈਗੇ ਵੀ ਹਾਂ ਵੀ ਆਪਾਂ ਨੂੰ ਕਿੱਥੇ ਕਿੰਨਾ ਕੁ ਧਿਆਨ ਰੱਖਣਾ ਚਾਹੀਦਾ। ਸਮ ਟਾਈਮ ਜਿੱਥੇ ਇੱਕ ਬੰਦੇ ਦੀ ਲੋੜ ਆ ਉੱਥੇ ਚਾਰ ਜਾਂਦੇ ਆ, ਮੇਰੇ ਹਿਸਾਬ ਨਾਲ ਉੱਥੇ ਅਵੋਇਡ ਕਰਨਾ ਚਾਹੀਦਾ। ਬਿਲਕੁਲ। ਹੈਂਡ ਸੈਨੀਟਾਈਜ਼ਰ ਯੂਜ਼ ਕਰੋ, ਤੁਸੀਂ ਮਾਸਕ ਯੂਜ਼ ਕਰੋ, ਬਹੁਤ ਸਾਰੀਆਂ ਪ੍ਰੀਕਾਸ਼ਨਸ ਨੇ। ਹੁਣ ਉਹਨਾਂ ਨੇ ਜਦੋਂ ਬਿਜ਼ਨਸ ਓਪਨ ਹੋਇਆ ਤਾਂ ਉਹਨਾਂ ਨੂੰ ਕਿਹਾ ਕਿ ਕਲੀਨਲੀਨੈਸ ਜ਼ਰੂਰੀ ਹੈਗੀ ਹੈ, ਤੁਸੀਂ ਆਪਣੇ ਜਿਹੜੀ ਕਲੀਨ ਕਰਦੇ ਆ ਜਦੋਂ ਵੀ ਕੋਈ ਵਿਜ਼ਿਟ ਕਰਕੇ ਆਉਂਦਾ ਜਾਂ ਜਦੋਂ ਤੁਹਾਨੂੰ ਕੋਈ ਬਿੱਲ ਦਿੰਦਾ ਹੈਗਾ ਆ, ਜਦੋਂ ਬਿੱਲ ਕਰਦੇ ਆ ਤਾਂ ਜਿਹੜੇ ਪੇ ਪੈਡ ਹੈਗੇ ਆ ਉਹਨੂੰ ਤੁਹਾਨੂੰ ਕਲੀਨ ਕਰਨਾ ਪੈਂਦਾ। ਤਾਂ ਤੁਸੀਂ ਉਹ ਚੀਜ਼ਾਂ ਕਿੰਨੀ ਕੁ ਵਾਰੀ ਕਰਦੇ ਹੋ? ਕੀ ਤੁਹਾਨੂੰ ਨੋਰਮਲ ਕੰਮ, ਕਿਉਂਕਿ ਕਈ ਵਾਰ ਅਸੀਂ ਬਿਜ਼ਨਸ ਕਈ ਵਾਰ ਹੁੰਦਾ ਸੀ ਅਸੀਂ 2 ਵੀਕ ਦੇ ਵਿੱਚ 2-3 ਵਾਰ ਕਲੀਨ ਕਰਦੇ ਸੀ ਜ਼ਿਆਦਾ ਡੀਪ, ਹੁਣ ਜਿਹੜਾ ਕਲੀਨ ਕਰਨ ਦਾ ਟਾਸਕ ਹੈ ਕਿੰਨਾ ਕੁ ਵੱਧ ਗਿਆ? ਕਲੀਨ ਵੇਖੋ ਜੀ, ਜਦੋਂ ਤੇ ਕੋਵਿਡ ਦਾ ਟਾਈਮ ਸੀ ਉਦੋਂ ਅਸੀਂ ਐਵਰੀ ਆਵਰ ਜਿਹੜੇ ਸਾਡਾ ਸਟੋਰ ਦੇ ਡੋਰ ਹੈਂਡਲਸ, ਕੂਲਰ ਦੇ ਡੋਰ ਹੈਂਡਲਸ, ਮੇਨ ਡੋਰ ਹੈਂਡਲ ਤੇ ਆਪਣੀ ਜਿਹੜੀ ਡੈਬਿਟ ਕਾਰਡ ਮਸ਼ੀਨਸ ਹੁੰਦੀਆਂ ਸੀ ਉਹ ਅਸੀਂ ਐਵਰੀ ਆਵਰ ਸ਼ੀਟ ਲਾਈ ਸੀ ਕਿ ਐਵਰੀ ਆਵਰ ਕਿਸੇ ਨਾ ਕਿਸੇ EMPLOYEE ਨੇ ਉਹਨਾਂ ਨੂੰ ਸਾਫ਼ ਕਰਨਾ। ਸੋ ਉਹਦੇ ਲਈ ਆਪਾਂ ਵਰਤਦੇ ਸੀ ਜਿਹੜਾ ਸਰਫੇਸ ਕਲੀਨਰ ਸੀ, ਦੈਟਸ effective 80% ਇਨਫੈਕਟਿਵ ਬਟ ਬੈਟਰ ਦੈਨ ਨਥਿੰਗ। ਪੂਰਾ ਤਾਂ ਨਹੀਂ ਕਿਲ ਕਰਦਾ ਪਰ ਉਦੋਂ ਅਸੀਂ ਕਰਦੇ ਸੀ। ਹੁਣ ਜਦੋਂ ਦਾ ਇਹ ਲੋਕਡਾਊਨ ਖੁੱਲ੍ਹਾ ਉਦੋਂ ਦਾ ਅਸੀਂ ਐਵਰੀ 2 ਆਵਰਸ ਸਾਡਾ EMPLOYEE ਕਰਦਾ। ਤੇ ਜਿਹੜੀ ਡੈਬਿਟ ਕਾਰਡ ਮਸ਼ੀਨ ਹੁੰਦੀ ਉਹ ਸਾਡੀ ਐਕਸਟਰਾ ਯੂਜ਼ ਸੈਨੀਟਾਈਜ਼ਰ ਕਰਕੇ ਖਰਾਬ ਹੋ ਗਈ ਸੀ, ਪਰ ਹੁਣ ਉਹਨਾਂ ਨੇ ਇੱਕ ਪੋਲੀ ਕਵਰ ਮਾਰਕੀਟ ਦੇ ਵਿੱਚ ਆ ਗਿਆ। ਜਦੋਂ ਇਹੋ ਜਿਹੀ ਕੋਈ ਚੀਜ਼ ਆਉਂਦੀ ਨਾਲ ਇਨੋਵੇਸ਼ਨਸ ਵੀ ਆਉਂਦੀਆਂ। ਹੁਣ ਉਹਨਾਂ ਨੇ ਪੋਲੀ ਕਵਰ ਕੀਤਾ ਕਿ ਯੂ ਕਵਰ ਇਟ ਫਰਮ ਦ ਟਾਪ ਤੇ ਉੱਪਰੋਂ ਸੈਨੀਟਾਈਜ਼ਰ ਕਰਨਾ ਸੌਖਾ ਹੋ ਗਿਆ। ਸੋ ਜੇ ਕੋਈ ਚੀਜ਼ ਆਉਂਦੀ ਆ ਤਾਂ ਉਹਦਾ ਹੱਲ ਵੀ ਨਾਲ ਮਾਰਕੀਟ 'ਚ ਆਉਂਦਾ ਜੀ। ਬਿਲਕੁਲ। ਫਿਰ ਪਰ ਉਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ ਕਿ ਅਸੀਂ ਉਹਨੂੰ ਮਾਰਕੀਟ ਚੀਜ਼ ਅਵੇਲੇਬਲ ਆ ਪਰ ਜਿੰਨੇ ਚਿਰ ਅਸੀਂ ਉਹਨੂੰ ਖਰੀਦ ਕੇ ਇੰਪਲੀਮੈਂਟ ਨਹੀਂ ਕਰਾਂਗੇ ਉਹਨਾਂ ਟਾਈਮ ਉਸ ਚੀਜ਼ ਦਾ ਫਾਇਦਾ ਵੀ ਨਹੀਂ ਕੋਈ। ਤੁਹਾਡੇ ਵੱਲੋਂ ਕਿਉਂਕਿ ਫੂਡ ਦਾ ਬਿਜ਼ਨਸ ਹੈਗਾ, ਫੂਡ ਨੂੰ ਲੈ ਕੇ ਸਾਨੂੰ ਜ਼ਿਆਦਾ ਕੇਅਰਫੁਲ ਹੋਣਾ ਪੈਂਦਾ ਹੈਗਾ। ਸੋ ਤੁਹਾਡੇ ਵੱਲੋਂ ਕੀ ਪ੍ਰੀਕਾਸ਼ਨਸ ਵਰਤੀਆਂ ਜਾ ਰਹੀਆਂ ਨੇ? ਪਹਿਲੀ ਗੱਲ ਤਾਂ ਜੀ ਜੋ ਮੈਂ ਸੋਚਦਾ, ਜੋ ਮੇਰੀ ਸੋਚ ਹੈ, ਪਹਿਲੀ ਦੁਨੀਆ ਦੇ ਵਿੱਚ ਬਹੁਤ ਜਾਣੀ ਕਿ ਆ ਬਿਮਾਰੀ ਨੇ ਬਹੁਤ ਮਾੜਾ ਟਾਈਮ ਲੈ ਕੇ ਆਇਆ। ਤੇ ਇੱਕ ਅਸੀਂ ਜਦੋਂ ਸਾਡੇ ਕੋਲ ਕੋਈ ਕਸਟਮਰ ਸਾਨੂੰ ਫੂਡ ਆਰਡਰ ਕਰਦਾ ਨਾ ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਹ ਕਸਟਮਰ ਹੈ ਸਾਡਾ ਤੇ ਉਹਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਆਰਡਰ ਕੀਤਾ ਤੇ ਉਹ ਮਨੀ ਵੀ ਪੇ ਕਰ ਰਿਹਾ ਤੇ ਸਾਨੂੰ ਉਹਨਾਂ ਦੀ ਆਸਾਂ ਤੇ ਪੂਰਾ ਖਰਾ ਉਤਰਨਾ ਚਾਹੀਦਾ। ਆਪਣੇ ਵੱਲੋਂ ਪੂਰੀ ਟਰਾਈ ਹੈ ਤੇ ਜਿਹੜਾ ਬੰਦਾ ਰੈਸਟੋਰੈਂਟ ਦੇ ਵਿੱਚ ਵੀ ਆਉਂਦਾ ਨਾ ਉਹਦੇ ਵੀ ਟੇਕ ਕੇਅਰ ਕਰਨਾ ਸਾਡਾ ਫਰਜ਼ ਬਣਦਾ। ਜਿਵੇਂ ਕਿ ਆਹ ਕੋਵਿਡ ਦੇ ਵਿੱਚ ਅਸੀਂ ਕੀ ਚੇਂਜਸ ਹੋਈਆਂ, ਜਿਵੇਂ ਜਿਹੜੀ ਆਪਣਾ ਮਸ਼ੀਨ ਸੀਗੀ ਪਹਿਲਾਂ ਉਹਦੇ ਤੇ ਟੈਬ ਦੀ ਆਪਸ਼ਨ ਨਹੀਂ ਸੀਗੀ ਤੇ ਜਦੋਂ ਇਹ ਸਟਾਰਟ ਹੋਇਆ ਮੈਂ ਨਾਲ ਲੱਗਦੇ ਉਹ ਕਰਵਾਇਆ। ਉਹਦਾ ਰੀਜ਼ਨ ਸੀਗਾ ਕਿ ਅਸੀਂ ਤਾਂ ਬੰਦ ਕਰਵਾਇਆ ਵਾ ਸੀਗਾ ਕਿਉਂਕਿ ਸਮ ਟਾਈਮ ਆਉਂਦਾ ਕੋਈ ਨਾ ਕੋਈ ਕਰਕੇ ਚਲੇ ਜਾਂਦੇ ਆ ਤੇ ਉਹ ਕਾਰਡ ਡਿਕਲਾਈਨ ਹੋ ਜਾਂਦਾ। ਬਟ ਹੁਣ ਮੈਂ ਇਹ ਚੀਜ਼ ਦੀ ਵੀ ਕੇਅਰ ਨਹੀਂ ਕੀਤੀ ਹੈਗੀ ਕਿ ਹਾਂ ਵੀ ਕੋਈ ਗੱਲ ਨਹੀਂ, ਜੇ ਇੱਕ ਅੱਧਾ ਕਾਰਡ ਹੋ ਵੀ ਜਾਊਗਾ ਤਾਂ ਇਟਸ ਓਕੇ, ਬਟ ਪਹਿਲਾਂ ਸੇਫਟੀ ਫਸਟ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਆਪਣੇ ਹੈਂਡਲਸ ਹੈ, ਡੋਰ, ਮੇਨ ਡੋਰ ਹੈ ਤੇ ਆਪਣਾ ਵਾਸ਼ਰੂਮ ਹੈ, ਇੱਕ ਬੰਦਾ ਮੈਂ ਪੱਕਾ ਹੀ ਲਾਤਾ ਵੀ ਹਾਂ ਵੀ ਤੁਸੀਂ ਆਹੀ ਕੰਮ ਕਰਨਾ ਹੈ। ਘੰਟੇ ਬਾਅਦ, ਅੱਧੇ ਘੰਟੇ ਬਾਅਦ, ਜਦੋਂ ਵੀ ਟਾਈਮ ਲੱਗਦਾ ਤੁਸੀਂ ਸਾਰਾ ਕਲੀਨ ਕਰਨਾ। ਆਪਣੇ ਵੱਲੋਂ ਪੂਰੀ ਟਰਾਈ ਕਰ ਰਹੇ ਹਾਂ ਜੀ। ਕਿਚਨ ਦੇ ਵਿੱਚ ਕੋਈ ਚੇਂਜਸ ਕੀਤੀਆਂ? ਕਿਚਨ ਦੇ ਵਿੱਚ ਹਾਂਜੀ ਥੋੜਾ ਜਿਹਾ ਅਸੀਂ ਆਪਣਾ ਗਲਵਸ ਵਗੈਰਾ, ਮਾਸਕ ਵਗੈਰਾ ਤਾਂ ਹੁਣ ਤੱਕ ਪਾਏ ਰਹੇ ਤੇ ਬਟ ਹੁਣ ਥੋੜਾ ਜਿਹਾ ਹਟ ਗਿਆ ਮੈਂ ਕਹਾਂ ਕਿਉਂਕਿ ਇੱਕ ਬੰਦੇ ਦੀ ਪ੍ਰੋਬਲਮ ਜੀ ਆ ਗਈ ਸੀ। ਉਹ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਹਾਂ ਵੀ ਸਾਡਾ ਉਹ ਹੋ ਰਿਹਾ ਤੇ ਬਟ ਹਰੇਕ ਦੇ ਪਹਿਲਾਂ ਜਿੱਥੇ ਸਰ ਵੀ ਜਾਂਦਾ ਸੀ ਗਲਵਸ ਨਹੀਂ ਸੀ ਯੂਜ਼ ਕਰਦੇ, ਹੁਣ ਸਾਰੇ ਦੇ ਜਿੰਨੇ ਵੀ EMPLOYEES ਸਾਰੇ ਗਲਵਸ ਯੂਜ਼ ਕਰ ਰਹੇ ਆ। ਐਕਸਟਰਾ ਇੱਕ ਬੰਦੇ ਨੂੰ ਅਸੀਂ ਕੰਪਨੀ ਉਹਨਾਂ ਨੂੰ ਹਾਇਰ ਕੀਤਾ ਹੁਣ ਤੇ ਹੁਣ ਐਵਰੀਡੇ ਆ ਕੇ ਸਾਰੀ ਕਿਚਨ ਸੈਨੀਟਾਈਜ਼ ਕਰਦੇ ਆ ਤੇ ਸਾਰਾ ਆਪਣਾ ਡਾਈਨਿੰਗ ਏਰੀਆ ਤੇ ਆਪਣੇ ਵੱਲੋਂ ਇੱਕ ਇਹ ਵੀ ਟਰਾਈ ਆ ਕਿ ਜਿੱਥੇ ਉਹਨਾਂ ਦਾ ਵਿਚਾਰਿਆਂ ਦਾ ਕੰਮ ਥੱਲੇ ਹੋ ਗਿਆ ਸੀਗਾ ਕਿ ਨਾਲ ਉਹਨਾਂ ਨੂੰ ਵੀ ਬਿਜ਼ਨਸ ਮਿਲੇ, ਕੈਨੇਡੀਅਨ ਇਕਨੋਮੀ ਮਾੜੀ ਜੀ ਹੋਰ ਦੁਬਾਰਾ ਤੋਂ ਫਿਰ ਉੱਤੇ ਆਵੇ। ਜੀ ਵਰਕਰਸ ਦੇ ਬਾਰੇ ਵੀ ਗੱਲ ਕਰਾਂਗੇ ਪਰ ਇੱਥੇ ਮੈਂ ਮਿਸਟਰ ਢਿੱਲੋਂ ਨੂੰ ਕਹਿਣਾ ਚਾਹੂੰਗੀ ਕਿ ਮਿਸਟਰ ਢਿੱਲੋਂ ਤੁਸੀਂ ਕਿਹਾ ਕਿ ਸਾਡਾ ਬਿਜ਼ਨਸ ਹੈਗਾ ਇੱਕ ਵਾਰ ਟੌਪ ਤੇ ਚਲਾ ਗਿਆ, ਹੁਣ ਨਾਰਮਲ ਹੈਗਾ ਆ, ਪਰ ਹੁਣ ਤੁਹਾਨੂੰ ਵੀ ਕੋਈ ਡਿਫਿਕਲਟੀ ਦਾ ਸਾਹਮਣਾ ਕਰਨਾ ਪਿਆ? ਡਿਫਿਕਲਟੀ ਕੇਸ ਮਤਲਬ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਲੈ ਕੇ COVID-19 ਨੂੰ ਲੈ ਕੇ, ਬਿਜ਼ਨਸ ਚਲਾਉਣ ਨੂੰ ਲੈ ਕੇ, ਰਨ ਕਰਨ ਨੂੰ ਲੈ ਕੇ, ਬਿਕਾਜ਼ ਚੀਜ਼ ਯਾਦ ਹੋਵੇ ਵੀ ਹੁਣ ਕੀ ਕਰੀਏ, COVID-19 ਹੈਗਾ ਆ, ਬਿਜ਼ਨਸ ਤੇ ਜਾਣਾ, ਹੁਣ ਕੀ ਕੀਤਾ ਜਾਵੇ? ਦੇਖੋ ਜੀ ਬਿਜ਼ਨਸ ਦੀ ਤੇ ਨਹੀਂ ਕੋਈ ਪ੍ਰੋਬਲਮ ਸੇਫਟੀ ਦੀ ਸੀ ਕਿ ਡਰ ਤੇ ਸਾਰਿਆਂ ਨੂੰ ਲੱਗਦਾ ਸੀ, ਡਰ ਸਾਨੂੰ ਵੀ ਲੱਗਦਾ ਸੀ, ਘਰੇ ਬੱਚੇ ਆ, ਫੈਮਿਲੀ ਆ, ਸੋ ਉਦੋਂ ਡਰ ਸੀ, ਡਰ ਨਾਲ ਕੰਮ ਤੇ ਆਈਦਾ ਸੀ ਪਰ ਸਾਰੇ ਪ੍ਰੋਟੋਕੋਲਸ ਫੋਲੋ ਕਰੀਦੇ ਸੀ। ਸੋ ਹੱਲੇ ਵੀ ਡਰ ਹੈ, ਇਹ ਗੱਲ ਨਹੀਂ ਕਿ ਡਰ ਓਵਰ ਹੋ ਗਿਆ,
ਸਾਡੇ ਉਹ ਪ੍ਰੋਟੋਕੋਲਸ ਹੱਲੇ ਵੀ ਚੱਲਦੇ ਰਹਿਣਗੇ। ਜਿਵੇਂ ਕਹਿੰਦੇ ਆ ਕਿ ਹਰੇਕ ਚੀਜ਼ ਤੋਂ ਬਾਅਦ, ਹਰੇਕ ਪੈਂਡੈਮਿਕ ਤੋਂ ਬਾਅਦ ਸੈਕੰਡ ਵੇਵ ਆਉਂਦੀ ਹੈ। ਸੋ ਅਸੀਂ ਸੈਕੰਡ ਵੇਵ ਲਈ ਵੀ ਹੁਣ ਤੋਂ ਹੀ ਤਿਆਰ ਹਾਂ ਕਿ ਯੂ ਨੈਵਰ ਨੋ, 1 ਮਹੀਨਾ ਲੱਗੇ, 2 ਮਹੀਨੇ ਲੱਗੇ, ਜੇ ਆਊਗੀ ਤੇ ਵੀ ਆਰ ਰੈਡੀ ਫॉर ਇਟ। ਅਸੀਂ ਜੋ ਪ੍ਰੋਟੋਕੋਲਸ ਜਾਂ ਪ੍ਰੋਸੀਜਰਸ ਫੋਲੋ ਕਰ ਰਹੇ ਸੀ ਉਹ ਅਸੀਂ ਅੰਟਿਲ ਐਂਡ ਤੱਕ ਫੋਲੋ ਕਰਾਂਗੇ। ਕਿਉਂਕਿ ਨਾ ਬਿਜ਼ਨਸ ਜਦੋਂ ਖੁੱਲ੍ਹਿਆ ਤੇ ਬਹੁਤ ਸਾਰੀਆਂ ਖਬਰਾਂ ਇਹ ਵੀ ਆਈਆਂ ਕਿ ਜਦੋਂ ਕੋਈ ਕਿਸੇ ਨੂੰ ਮਾਸਕ ਪਾਉਣ ਲਈ ਕਹਿ ਰਿਹਾ ਸੀਗਾ ਜਾਂ ਬਹੁਤ ਸਾਰੇ ਲੋਕ ਸੈਂਸਿਬਲ ਹੈਗੇ ਨੇ, ਉਹਨਾਂ ਨੂੰ ਪਤਾ ਕਿ ਅਸੀਂ ਫੋਲੋ ਕਰਨਾ, ਪਰ ਜੇ ਅਸੀਂ ਕਿਤੇ ਨਹੀਂ ਵੀ ਕਰਦੇ ਤਾਂ ਬਿਜ਼ਨਸ ਵਾਲੇ ਖੁਦ ਕਹਿ ਲੈ ਰਹੇ ਹੈਗੇ ਆ ਕਿ ਤੁਸੀਂ ਫੋਲੋ ਕਰੋ ਤੇ ਅਸੀਂ ਉੱਥੇ ਹੀ ਸਟਾਪ ਹੋ ਜਾਈਏ। ਪਰ ਇਹਦੇ ਨਾਲ ਜਿਹੜੀਆਂ ਨਫ਼ਰਤ ਦੀਆਂ ਘਟਨਾਵਾਂ ਨੇ ਉਹ ਵੱਧ ਗਈਆਂ ਹੈਗੀਆਂ ਨੇ। ਤੁਸੀਂ ਕਿਤੇ ਇਦਾਂ ਦੀ ਚੀਜ਼ ਨੋਟ ਕੀਤੀ ਹੈ ਕਿ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਕਿਹਾ ਕਿ ਤੁਸੀਂ ਇੱਕ ਜਣੇ ਅੰਦਰ ਆ ਸਕਦੇ ਤੇ ਦੂਜੇ ਨੇ ਤੁਹਾਨੂੰ ਕੁਝ ਗਲਤ ਵਰਡਿੰਗ ਯੂਜ਼ ਕੀਤੀ ਹੋਵੇ ਜਾਂ ਗੁੱਸਾ ਕੀਤਾ ਹੋਵੇ ਕਿ ਤੁਸੀਂ ਸਾਨੂੰ ਇਦਾਂ ਕਿੱਦਾਂ ਰੋਕ ਸਕਦੇ? ਨਹੀਂ ਜੀ, ਵੇਖੋ ਸਾਡਾ ਬਿਜ਼ਨਸ ਲਿਕਰ ਸਟੋਰ ਦਾ, ਜਿਵੇਂ ਦੂਜੇ ਵਰਡਾਂ 'ਚ ਕਹਿ ਸਕਦੇ ਹਾਂ, ਅਸੀਂ ਸੁਪਨੇ ਵੇਚਦੇ ਹਾਂ। ਸਾਡੇ ਕੋਲ ਜਿੰਨੇ ਬੰਦੇ ਆਉਂਦੇ ਆ, ਜਾਂ ਤਾਂ ਦੁਖੀ ਆਉਣਗੇ ਤੇ ਜਾਂ ਪਾਰਟੀ ਕਰਨ ਵਾਲੇ ਆਉਣਗੇ, ਸੁਪਨਾ ਲੈ ਕੇ ਜਾਣਾ ਹਰ ਇੱਕ ਨੇ। ਸੋ ਜਿੰਨੇ ਵੀ ਬੰਦੇ ਆਏ ਆ ਅੱਜ ਤੱਕ, ਜੇ ਅਸੀਂ ਉਹਨੂੰ ਕਿਸੇ ਨੂੰ ਰੋਕਿਆ, ਕਿਸੇ ਨੇ ਬੁਰਾ ਨਹੀਂ ਮਨਾਇਆ। ਜੇ 4-5 ਜਾਣੇ ਆਉਂਦੇ ਆ ਕੋਵਿਡ ਦੇ ਵਿੱਚ, ਕਿਹਾ ਵੀ ਬਾਈ ਇੱਕ ਜਣਾ ਅਲਾਊਡ ਆ, ਬਾਕੀ ਜਣੇ ਬਾਹਰ ਵੇਟ ਕਰੋ ਜਾਂ ਆਪਣੀ ਕਾਰ 'ਚ ਵੇਟ ਕਰੋ, ਦੈਟ ਸਿੰਪਲ। ਉਹਨਾਂ ਨੇ ਬਿਲਕੁਲ ਸਾਡੀ ਗੱਲ ਮੰਨੀ ਤੇ ਆਸ ਕਰਦੇ ਹਾਂ ਕਿ ਅੱਗੇ ਵੀ ਮੰਨਣਗੇ ਜੀ। ਸੋ ਤੁਹਾਨੂੰ ਕੋਈ ਇਦਾਂ ਦਾ ਐਕਸਪੀਰੀਅੰਸ ਹੋਇਆ? ਸਾਨੂੰ ਜਿੰਨੇ ਨੂੰ ਕਿਹਾ, ਵੈਸੇ ਪਹਿਲਾਂ ਤਾਂ ਕਰਦੇ ਸੀ ਵੀ ਹਾਂ ਵੀ ਹਰੇਕ ਨੂੰ ਉਹ ਕਰੋ ਵੀ ਤੁਸੀਂ ਹਰੇਕ ਬੰਦਾ ਮਾਸਕ ਲਾ ਕੇ ਅੰਦਰ ਆਵੇ, ਬਟ ਕਈ ਜਗ੍ਹਾ ਆਪਾਂ ਆਪਣੇ ਵੀ ਉਹ ਨਹੀਂ ਕਰ ਸਕਦੇ ਹੈਗੇ ਕਿਉਂਕਿ ਸਾਰੇ, ਹਾਂਜੀ, ਬਾਕੀ ਲੋਕ ਵੀ ਸਿਆਣੇ ਆ। ਵੈਸੇ ਮੈਂ ਜਿੱਥੇ ਤੱਕ ਸੋਚਦਾ BC ਦੇ ਲੋਕ ਬਹੁਤ ਸਿਆਣੇ ਆ। ਜਿੱਥੇ ਆਪਾਂ ਕੰਟਰੋਲ ਕੀਤਾ ਲੋਕਾਂ ਦੀ ਵਜ੍ਹਾ ਕਰਕੇ ਹੋਇਆ ਕਿ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਬਹੁਤ ਵਧੀਆ ਉਹ ਕੀਤਾ ਤੇ ਹੋਪਫੁਲੀ ਅੱਗੇ ਵੀ ਕਰਦੇ ਰਹਿਣਗੇ। ਬਟ ਮੇਰੇ ਨਾਲ ਇੱਕ ਚਾਂਸ ਹੀ ਹੋਇਆ ਕਿ ਡਾਈਨ ਇਨ ਕਰਨ ਆਇਆ ਸੀਗਾ ਕੋਈ ਬੰਦਾ, ਸੀ ਉਹਨਾਂ ਨੂੰ ਕਿਹਾ ਵੀ ਆਪਣਾ ਨਾਮ ਵਗੈਰਾ ਸਾਰਾ ਕੁਝ ਦੱਸੋ। ਉਹ ਕਹਿੰਦਾ ਵੀ ਮੈਂ ਨਹੀਂ ਦੇਣਾ। ਤੇ ਮੈਂ ਕਿਹਾ ਜੀ ਕੀ ਗੱਲ? ਸਟਾਫ ਨੇ ਐਕਚੁਅਲ ਪੁੱਛਿਆ ਤੇ ਉਹਨੇ ਮਨਾ ਕਰਤਾ। ਕਹਿੰਦਾ ਵੀ ਮੈਂ ਜਾਂ ਤਾਂ ਤੁਸੀਂ ਖਾਣ ਦੋ, ਅਲਾਓ ਕਰੋ, ਨਹੀਂ ਮੈਂ ਚਲੇ ਜਾਣਾ, ਪਰ ਮੈਂ ਆਪਣਾ ਨੰਬਰ ਤੇ ਨਾਮ ਨਹੀਂ ਦੇਣਾ। ਉਹਨਾਂ ਨੇ ਮੈਨੂੰ ਕਿਹਾ, ਮੈਂ ਗਿਆ ਉਹਨਾਂ ਦੇ ਕੋਲ, ਮੈਂ ਕਿਹਾ ਜੀ ਹਾਂਜੀ ਦੱਸੋ। ਕਹਿੰਦੇ ਵੀ ਮੈਂ ਜੋ ਪਹਿਲਾਂ ਉਹਨਾਂ ਨੂੰ ਕਿਹਾ ਹੋਈ ਤੁਹਾਨੂੰ ਕਹਿਣਾ, ਤੇ ਤੁਸੀਂ ਕੀ ਚਾਹੁੰਦੇ ਆ? ਮੈਂ ਕਿਹਾ ਜੀ ਕੋਈ ਗੱਲ ਨਹੀਂ ਬੈਠੋ। ਮੈਂ ਸਟਾਫ ਨੂੰ ਕਿਹਾ ਜੀ ਦਾ ਆਪਣਾ ਨਹੀਂ ਦੱਸ ਰਿਹਾ, ਕੋਈ ਗੱਲ ਨਹੀਂ, ਆਪਾਂ ਹੁਣ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਵੀ ਹਾਂ ਵੀ ਤੁਸੀਂ ਜਾਓ। ਮੈਂ ਕਿਹਾ ਟਾਈਮ ਲਿਖ ਲਓ ਤੇ ਦਿਨ ਲਿਖ ਲਓ, ਆ ਤਰੀਕ ਲਿਖ ਲਓ, ਜੇ ਕੱਲ ਨੂੰ ਇਨ ਕੇਸ ਕੋਈ ਗੱਲਬਾਤ ਹੁੰਦੀ ਆਪਣੇ ਕੋਲ ਕੈਮਰੇ ਲੱਗਿਆ, ਫੁਟੇਜ ਹੈਗਾ, ਉਹਦੇ ਚੋਂ ਨਿਕਲਿਆ ਹੋਣਾ। ਬਿਲਕੁਲ, ਸਾਨੂੰ ਜਿਹੜਾ ਅਲਟਰਨੇਟਿਵ ਵੇ ਹੈ ਜਿਹੜੇ ਉਹ ਕੱਢਣੇ ਪੈਣੇ ਆ। ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਤੋਂ ਕੁਐਸਚਨ ਪੁੱਛਣਾ ਚਾਹਨੀ ਹੈਗੀ ਆ ਕਿ ਬੇਸਿਕਲੀ ਗੱਲ ਤਾਂ ਪਹਿਲੇ ਇਹ ਕਹਿਣਾ ਚਾਹਨੀ ਆ ਮੈਂ ਇਹਨਾਂ ਨੂੰ ਕਿ ਇਹਨਾਂ ਦਾ ਫੂਡ ਤਾਂ ਬਹੁਤ ਵਧੀਆ ਹੁੰਦਾ ਦੇਸੀ ਬਾਈਟ ਦਾ ਜੀ। ਖਾਸ ਕਰਕੇ ਇਹਨਾਂ ਦੇ ਜਿਹੜੇ ਅੰਮ੍ਰਿਤਸਰੀ ਕੁਲਚੇ ਹੈਗੇ ਨੇ, ਦੈਟਸ ਸੋ ਗੁੱਡ ਜੀ। ਤੇ ਪਹਿਲੇ ਤਾਂ ਚਲੋ ਡਾਈਨਿੰਗ ਕਰ ਲਈਦਾ ਸੀਗਾ, ਫਿਰ ਅਸੀਂ ਹੁਣ ਮੁੜ ਕੇ ਆਦਤ ਬਣਾ ਲਈ ਆ ਜਾ ਕੇ ਪਿਕ ਅਪ ਕਰ ਲੈਂਦੇ ਆ ਫੂਡ ਨੂੰ, ਹੈਨਾ। ਬਟ ਜਿਹੜਾ ਉੱਥੇ ਬੈਠ ਕੇ ਖਾਣਾ ਗਰਮ ਗਰਮ ਖਾਣ ਦਾ ਜੋ ਸਵਾਦ ਹੈਗਾ ਹੈ, ਉਹ ਜਦੋਂ ਤੱਕ ਘਰ ਪਹੁੰਚਦਾ, ਦੈਟ ਇਜ਼ ਨਾਟ ਦ ਸੇਮ ਟੇਸਟ ਐਂਡ ਸੇਮ ਫਲੇਵਰ, ਰਾਈਟ? ਜਦੋਂ ਅਸੀਂ ਉੱਥੇ ਬੈਠੇ ਹੋਏ ਆ, ਹੈਨਾ। ਸੋ ਮੈਂ ਇਹਨਾਂ ਨੂੰ ਪੁੱਛਣਾ ਚਾਹਨੀ ਆ ਕਿ ਇਹ ਕਿਹੜੇ ਸੇਫਟੀ ਪ੍ਰੀਕਾਸ਼ਨਸ ਇਸ ਟਾਈਮ ਲੈ ਰਹੇ ਹੈਗੇ ਆ ਕਿ ਜੇ ਅਸੀਂ ਉੱਥੇ ਬੈਠ ਕੇ ਖਾਣਾ ਖਾਂਦੇ ਆ ਤੇ ਕਿੰਨੀ ਕੁ ਕਪੈਸਿਟੀ ਲੋਕਾਂ ਦੀ ਹੁੰਦੀ ਹੈ ਇੱਕ ਟਾਈਮ ਤੇ? ਡੂ ਵੀ ਨੀਡ ਟੂ ਮੇਕ ਅ ਪ੍ਰਾਇਰ ਰਿਜ਼ਰਵੇਸ਼ਨ ਬਿਫੋਰ ਵੀ ਗੋ? You know what I mean? Yes. ਹਾਂਜੀ ਜੀ। ਇਹਨਾਂ ਸਾਡੇ ਪ੍ਰੀਕਾਸ਼ਨਸ ਕੀ ਨੇ? ਜੀ, ਥੈਂਕ ਯੂ ਫॉर द ਕੁਐਸਚਨ। ਐਕਚੁਅਲੀ ਇੰਪੋਰਟੈਂਟ ਕੁਐਸਚਨ ਹੈਗਾ ਜਿਹੜਾ ਇਹਨਾਂ ਨੇ ਪੁੱਛਿਆ ਕਿ ਕੀ ਪ੍ਰੀਕਾਸ਼ਨ ਨੇ ਤੇ ਕੀ ਸਾਨੂੰ ਰਜਿਸਟ੍ਰੇਸ਼ਨ ਜਾਂ ਕਰਵਾਉਣੀ ਪੈਣੀ ਆ, ਫੋਨ ਕਰਕੇ ਕਹਿਣਾ ਪੈਣਾ, ਕਿੰਨੇ ਐਟ ਅ ਟਾਈਮ ਤੁਸੀਂ ਅੰਦਰ ਲੈ ਕੇ ਜਾਂਦੇ ਹੈਗੇ ਆ ਜਿਹੜੇ ਕਸਟਮਰ ਆਉਂਦੇ ਆ? ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਜੀ, ਰਾਈਟ ਨਾਓ ਬਹੁਤ ਲੋਕ, ਇਹ ਕੋਵਿਡ ਨੇ ਬਹੁਤ ਚੇਂਜ ਕਰਤਾ ਜੀ। ਬਹੁਤ, ਜਿਵੇਂ ਭੈਣ ਜੀ ਨੇ ਦੱਸਿਆ ਕਿ ਵੀ ਹਾਂ ਵੀ ਅਸੀਂ ਟੇਕ ਆਊਟ ਕਰਨ ਲੱਗ ਗਏ ਤੇ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਵੀ ਹੈਗਾ। ਬਟ ਰਾਈਟ ਨਾਓ ਡਾਈਨ ਇਨ ਖੁੱਲ੍ਹ ਤਾਂ ਗਏ, ਬਟ ਉਹ ਇੰਨੇ ਬਿਜ਼ੀ ਨਹੀਂ ਹੈਗੇ ਕਿ ਵੀ ਆਪਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਪਵੇ। ਬਟ ਰਾਈਟ ਨਾਓ ਜਿਵੇਂ ਵੀ ਆਉਣੇ, ਫਸਟ ਕਮ ਫਸਟ ਸਰਵਿਸ ਹੈ ਤੇ ਬਟ ਅਸੀਂ ਖੋਲ੍ਹਦੇ ਵੇਟ ਕਰ ਰਹੇ ਹਾਂ, ਕੋਈ ਤਾਂ ਉਹ ਕਰ ਸਕਦੇ, ਬੈਠਦੇ ਵੀ ਆ ਕਾਰ ਦੇ ਵਿੱਚ ਵੇਟ ਕਰ ਲੈਂਦੇ ਆ, ਬਟ ਅਸੀਂ 50% ਹੀ ਖੋਲ੍ਹਿਆ ਹੋਇਆ। ਜਿੱਦਾਂ ਕਿ ਜੇ ਟੇਬਲ 1 ਲੱਗ ਗਿਆ ਤਾਂ ਟੇਬਲ 2 ਤੇ ਕੋਈ ਨਹੀਂ ਬੈਠੂਗਾ। ਤੁਸੀਂ ਦੇਖਿਆ ਹੋਇਆ ਸਾਡਾ ਡਾਈਨਿੰਗ ਏਰੀਆ ਕਿੱਦਾਂ। ਫਿਰ ਟੇਬਲ 4 ਆ ਤੇ 3 ਆ ਤੇ 4 ਆ। ਜੇ ਟੇਬਲ 1 ਲੱਗਿਆ ਤਾਂ ਟੇਬਲ 3 ਲੱਗੂਗਾ, ਜੇ ਉਸ ਤੋਂ ਬਾਅਦ 4 ਨਹੀਂ ਲੱਗਣਾ ਹੈਗਾ, 5 ਲੱਗੂਗਾ, ਫਿਰ 7 ਲੱਗੂ, 6 ਨਹੀਂ ਲੱਗਣਾ। ਐਦਾਂ ਇੱਕ ਇੱਕ ਛੱਡ ਕੇ ਆਪਾਂ ਹਾਫ 50% ਖੋਲਿਆ ਹੋਇਆ। ਸੋ ਸੇਫਟੀ ਪ੍ਰੀਕਾਸ਼ਨ ਲਏ ਜਾ ਰਹੇ ਆ, ਅਸੀਂ ਆ ਕੇ ਬੈਠ ਕੇ ਗਰਮ ਗਰਮ ਖਾ ਸਕਦੇ ਹਾਂ ਬਿਲਕੁਲ। ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਇਦਾਂ ਹੀ ਹੁੰਦੀਆਂ ਰਹਿਣਗੀਆਂ। ਬ੍ਰੇਕ ਲਾ ਲੈਂਦੇ ਆ, ਪਰ ਬ੍ਰੇਕ ਤੋਂ ਬਾਅਦ ਹੋਰ ਵੀ ਕਈ ਗੱਲਾਂ ਨੇ ਤੁਹਾਡੇ ਤੋਂ ਪੁੱਛਣ ਵਾਲੀਆਂ, ਕੀ ਇੰਪੈਕਟ ਹੋਰ ਪਿਆ ਹੈਗਾ ਆ। ਸੋ ਇਦਾਂ ਹੀ ਜਿਹੜੀ ਗੱਲਬਾਤ ਬ੍ਰੇਕ ਤੋਂ ਬਾਅਦ ਹੋਵੇਗੀ। ਜ਼ਰੂਰ ਜੀ, ਧੰਨਵਾਦ।
ਬਿਲਕੁਲ ਅੱਜ ਕੱਲ੍ਹ ਬਾਤ ਹੋ ਰਹੀ ਹੈ ਦੇਸੀ ਬਾਈਟਸ ਤੋਂ ਧਰਮਿੰਦਰ ਮਾਵੀ ਜੀ ਦੇ ਨਾਲ ਤੇ ਨਾਲ ਪਾਇਰ ਲਿਕਰ ਸਟੋਰ ਦੇ ਵਿੱਚੋਂ ਵਰਿੰਦਰ ਢਿੱਲੋਂ ਜੀ ਦੇ ਨਾਲ ਤੇ ਇਦਾਂ ਹੀ ਗੱਲਬਾਤ ਜਾਰੀ ਰਹੇਗੀ। ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਕੀਪ ਵਾਚਿੰਗ ਸਾਂਝਾ ਟੀਵੀ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਅੱਜ ਕੱਲ੍ਹ ਬਾਤ ਹੋ ਰਹੀ ਹੈ ਦੇਸੀ ਬਾਈਟ ਤੋਂ ਧਰਮਿੰਦਰ ਮਾਵੀ ਜੀ ਦੇ ਨਾਲ ਤੇ ਨਾਲ ਪਾਇਲ ਲਿਕਰ ਸਟੋਰ ਤੋਂ ਵਰਿੰਦਰ ਢਿੱਲੋਂ ਜੀ ਦੇ ਨਾਲ। ਸੋ ਉਹਨਾਂ ਦੇ ਨਾਲ ਪੁੱਛਿਆ ਜਾ ਰਿਹਾ ਉਹਨਾਂ ਤੋਂ ਕਿ ਕੁਝ ਪ੍ਰੀਕਾਸ਼ਨਸ ਰੱਖੀਆਂ ਜਾ ਰਹੀਆਂ ਨੇ, ਕੀ ਇਫੈਕਟ ਕੀਤਾ ਕਰੋਨਾ ਵਾਇਰਸ ਨੇ। ਤੇ ਵਾਇਰਸ ਦੇ ਨਾਲ ਹੁਣ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਅਫਵਾਹਾਂ ਦੀ, ਕਿ ਅਫਵਾਹਾਂ ਆ ਰਹੀਆਂ ਨੇ ਕਿਉਂਕਿ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉੱਥੇ ਕਰੋਨਾ ਵਾਇਰਸ ਹੋ ਸਕਦਾ, ਉਹਨਾਂ ਨੂੰ ਕੁਆਰੰਟੀਨ ਕਰਨ ਦੇ ਲਈ ਕਿਹਾ ਗਿਆ ਸੀ। ਉਸ ਤੋਂ ਬਾਅਦ ਦੇ ਅਸਰ ਦੀ ਜੇ ਗੱਲ ਕਰੀ ਜਾਵੇ ਕਿਸ ਤਰ੍ਹਾਂ ਦਾ ਅਸਰ ਰਿਹਾ, ਉਸ ਦੇ ਬਾਰੇ ਇਹਨਾਂ ਦੇ ਨਾਲ ਫਿਰ ਤੋਂ ਗੱਲਬਾਤ ਕਰਦੇ ਹਾਂ। ਸੋ ਮੈਂ ਜੇ ਰੈਸਟੋਰੈਂਟ ਦੀ ਹੀ ਗੱਲ ਕਰਾਂ ਬ੍ਰੇਕ ਤੋਂ ਬਾਅਦ ਤਾਂ ਜਿਹੜਾ ਇੰਪੈਕਟ ਦੀ ਗੱਲ ਕੀਤੀ ਸੀ ਅਫਵਾਹ ਤੋਂ ਬਾਅਦ ਪਿਆ, ਤੁਸੀਂ ਕਿਹਾ ਕਿ ਇੰਪੈਕਟ ਪਿਆ ਹੈਗਾ, ਪਰ 4 ਦਿਨ ਜਿਹੜਾ ਉਹ ਇੰਪੈਕਟ ਰਿਹਾ, 3-4 ਦਿਨ, ਫਿਰ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਭੁੱਲ ਵੀ ਜਾਂਦੇ ਹਾਂ ਜਾਂ ਹੌਲੀ ਹੌਲੀ ਸਾਨੂੰ ਹੁੰਦਾ ਕਿ ਅਸੀਂ ਬਾਹਰ ਜਾਈਏ। ਪਰ ਹੁਣ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਕੀ ਤੁਸੀਂ ਸੋਚਦੇ ਆ ਕਿ ਕੀ ਹੋਣਾ ਚਾਹੀਦਾ ਹੁਣ? ਜਿਵੇਂ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਤਾਂ ਹੈਗਾ ਆ, ਪਰ ਉਸ ਤੋਂ ਬਾਅਦ ਅਸੀਂ ਬਾਹਰ ਵੀ ਨਿਕਲਦੇ ਹੈਗੇ ਆ, ਹੋਰ ਰੈਸਟੋਰੈਂਟ ਤੇ ਵੀ ਜਾਂਦੇ ਆ, ਤੁਸੀਂ ਕੀ ਚਾਹੁੰਦੇ ਆ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਇਸ ਮਾਹੌਲ ਦੇ ਵਿੱਚ? ਪਹਿਲੀ ਗੱਲ ਤਾਂ ਅਸੀਂ ਵੀ ਇਹੀ ਸੋਚਦੇ ਸੀ ਵੀ 3-4 ਦਿਨ ਦੀ ਗੱਲ ਸੀ, ਲੋਕ ਭੁੱਲ ਗਏ ਹੋਣਗੇ, ਨੋ ਡਾਊਟ। ਐਵੇਂ ਮੈਂ ਕਹਾਂ ਵੀ ਹਾਂ ਵੀ ਅਸੀਂ ਬਹੁਤ ਜ਼ਿਆਦਾ ਸਾਡਾ ਫਰਕ ਪੈ ਗਿਆ ਜੀ, ਇਦਾਂ ਦੀ ਹਜੇ ਕੋਈ ਗੱਲ ਨਹੀਂ ਹੋਈ। ਬਟ ਅਸੀਂ ਮੈਂ ਰਿਲਾਈਜ਼ ਕੀਤਾ ਵੀ ਹਾਂ ਵੀ ਪਰਸੋਂ ਹਜੇ ਮੈਂ ਫੋਨ ਕੀਤਾ ਸਪਲਾਇਰ ਨੂੰ ਤੇ ਉਹ ਇਹ ਚੀਜ਼ ਸੋਚ ਰਿਹਾ ਤੇ ਬਾਕੀ ਲੋਕ ਵੀ ਸੋਚਦੇ ਹੋਣਗੇ। ਤਾਂ ਮੇਰੀ ਜਾਣੀ ਕਿ ਇਹੀ ਹੈ ਕਿ ਵੀ ਸਭ ਨੂੰ ਵੀ ਇੰਨਾ ਜ਼ਿਆਦਾ ਉਹ ਕੋਈ ਉੱਥੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਕੁਝ ਨਹੀਂ ਹੈਗਾ ਜ਼ਿਆਦਾ ਵੀ। ਇੱਕ ਜੇ ਸ਼ਾਪ ਦੇ ਵਿੱਚ ਕਿਤੇ ਹੋਈ ਵੀ ਹੋਊਗੀ ਕੋਈ ਗੱਲ, ਉਹ ਵੀ ਵੈਸੇ ਫਰੇਜ਼ਰ ਹੈਲਥ ਨੇ ਕਹਿ ਦਿੱਤਾ ਕਿ ਵੀ ਹਾਂਜੀ। ਤੇ ਬਾਕੀ ਅਸੀਂ ਵੀ ਆਪ ਬੰਦੇ ਹੀ ਅਸੀਂ ਰੋਜ਼ ਜਾਂਦੇ ਆ ਆਪਣਾ ਉੱਥੇ ਕੰਮਾਂ ਕਾਰਾਂ ਤੇ, ਸਾਡਾ ਸਾਰਾ ਸਟਾਫ ਆਉਂਦਾ, ਹੋਰ ਜਿੰਨੀਆਂ ਸ਼ਾਪਸਾਂ ਸਾਰੀਆਂ ਆਲਮੋਸਟ ਖੁੱਲੀਆਂ। ਹੁਣ ਮੈਨੂੰ ਲੱਗਦਾ ਸਿਰਫ 5% ਪਾਇਲ ਬਿਜ਼ਨਸ ਸੈਂਟਰ ਬੰਦ ਹੋਊਗਾ, 95% ਖੁੱਲ ਗਿਆ ਤੇ ਸਾਰੇ ਬਹੁਤ ਵਧੀਆ। ਤੇ ਜਿਨ੍ਹਾਂ ਨੂੰ ਤਾਂ ਇਹ ਗੱਲ ਦਾ ਪਤਾ, ਜਿਹੜਾ ਜਾਇਆ ਆ ਉੱਥੇ, ਉਹਨਾਂ ਵਾਸਤੇ ਤਾਂ ਠੀਕ ਹੈ। ਪਰ ਬਹੁਤ ਲੋਕ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਤੋਂ ਉੱਧਰ ਦੀ ਗੇੜਾ ਨਹੀਂ ਲੱਗਦਾ ਹੈਗਾ, ਜਾਂ ਕੋਈ ਅਮਰੀਕਾ ਜਾਂ ਆਪਣਾ ਲੈਂਗਲੀ ਆ, ਕੋਈ ਐਵਰਸਪੋਰਟ ਆ, ਜਾਂ ਕਿਤੇ ਹੋਰ। ਪਹਿਲਾਂ ਸਾਡੇ ਕੋਲ ਤਾਂ ਜਿਹੜਾ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਆ 25% ਅਮਰੀਕਨ ਆਉਂਦੇ ਸੀਗੇ ਇਹ ਦਿਨਾਂ ਦੇ ਵਿੱਚ, ਪੂਰੀ ਰੌਣਕ ਲੱਗੀ ਹੁੰਦੀ ਸੀ। ਇਸ ਟਾਈਮ ਤੇ ਬਾਰਡਰ ਬੰਦ ਹੋਣ ਕਰਕੇ ਕੋਈ ਵੀ ਨਹੀਂ ਆ ਰਿਹਾ। ਤੇ ਬਾਕੀ ਜਿਹੜੇ ਆਪਣਾ ਸੱਜਣ ਰਿਚਮੰਡ ਤੋਂ, ਵੈਨਕੂਵਰ ਤੋਂ, ਲੈਂਗਲੀ, ਐਵਰਸਪੋਰਟ, ਪਿਟਮੈਡੋਸ, ਇੱਥੇ ਜਿਹੜਿਆਂ ਦਾ ਰੈਗੂਲਰਲੀ ਇੱਧਰ ਨਹੀਂ ਗੇੜਾ ਲੱਗਦਾ ਹੈਗਾ, ਜਿਹੜੇ ਸਿਰਫ ਨਿਊਜ਼ ਤੇ ਬਲੀਵ ਕਰਦੇ ਜਾਂ ਉਹਨਾਂ ਨੇ ਕਿਸੇ ਨੇ ਕਿਹਾ ਉਹ ਸੁਣ ਲਿਆ, ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਇਹੋ ਜਿਹੀ ਕੋਈ ਗੱਲ ਨਹੀਂ, ਸਾਰਾ ਕੁਝ ਨਾਰਮਲ ਆ। ਤੇ ਬਾਕੀ ਮੇਰੇ ਹਿਸਾਬ ਨਾਲ ਇੰਨੀ ਘਬਰਾਉਣ ਦੀ ਕੋਈ ਲੋੜ ਨਹੀਂ। ਜਿੰਨੇ ਵੀ ਉੱਥੇ ਦੁਕਾਨਾਂ ਵਾਲੇ ਆ, ਸ਼ਾਪਸ ਵਾਲੇ, ਰੈਸਟੋਰੈਂਟ ਵਾਲੇ ਆ, ਆਪਣੇ ਤੌਰ ਤੇ ਵੀ ਆਪਣੇ ਵੱਲੋਂ ਪੂਰਾ ਪ੍ਰੀਕਾਸ਼ਨਸ ਕਰ ਰਹੇ ਆ ਕਿ ਜਿਹੜੇ ਵੀ ਉੱਥੇ ਗੈਸਟ ਆਉਂਦੇ ਆ ਉਹਨਾਂ ਦਾ ਪੂਰਾ ਚੰਗੀ ਤਰ੍ਹਾਂ ਉਹ ਹੋਵੇ, ਉਹਨਾਂ ਨੂੰ ਸਾਡੇ ਕਰਕੇ ਨਾ ਕੋਈ ਪ੍ਰੋਬਲਮ ਝੱਲਣੀ ਪਵੇ। ਤੇ ਹਰੇਕ ਰੈਸਟੋਰੈਂਟ ਦੀ, ਹਰੇਕ ਦੁਕਾਨ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿੰਨੇ ਕਿ ਆਪਣੇ ਬੰਦੇ ਉੱਥੇ ਆਉਂਦੇ ਆ ਆਪਾਂ ਉਹਨਾਂ ਦਾ ਚੰਗੀ ਤਰ੍ਹਾਂ ਉਹਨਾਂ ਦੀ ਟੇਕ ਕੇਅਰ ਕਰ ਸਕੀਏ। ਤੇ ਜਿਹੜੀਆਂ ਮੁੱਢਲੀਆਂ ਚੀਜ਼ਾਂ ਆਪਾਂ ਉੱਥੇ ਹੋਣ, ਜਿਵੇਂ ਕਿ ਸੈਨੀਟਾਈਜ਼ਰ ਉੱਥੇ ਅਵੇਲੇਬਲ ਹੋਣਾ ਚਾਹੀਦਾ ਹਰੇਕ ਸ਼ਾਪ ਦੇ ਉੱਤੇ। ਤੇ ਬਾਕੀ ਰੱਬ ਦੀ ਕਿਰਪਾ ਦੇ ਨਾਲ ਅਸੀਂ ਤਾਂ ਅੱਜ ਤੱਕ ਜਿੰਨੇ ਵੀ ਉੱਥੇ ਆ, ਪਬਲਿਕ ਕੋਈ ਵਾਸ਼ਰੂਮ ਚਾਹੇ ਨਹੀਂ ਹੈਗਾ, ਬਟ ਜਿੰਨੇ ਵੀ ਕਿਤੇ ਆਉਂਦੇ ਅਸੀਂ ਕਿਸੇ ਨੂੰ ਕਦੇ ਕੋਈ ਜਵਾਬ ਨਹੀਂ ਦਿੰਦੇ ਹੈਗੇ। ਪਰ ਅਸੀਂ ਆਪਣੇ ਵੱਲੋਂ ਜਿੰਨਾ ਹੋ ਸਕਦਾ ਕਲੀਨ ਰੱਖ ਰਹੇ ਹਾਂ ਜੀ, ਤੇ ਇਦਾਂ ਹੀ ਟਰਾਈ ਰਹੂਗੀ ਜੀ। ਅਸੀਂ ਇੱਕ ਬਿਜ਼ਨਸ ਦੇ ਤੌਰ ਤੇ ਵੀ ਤੇ ਨਾਲ ਸਾਨੂੰ ਇੰਡੀਵਿਜੂਅਲ ਤੌਰ ਤੇ ਵੀ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈਗਾ। ਸਾਨੂੰ ਜੇ ਸਾਨੂੰ ਕੋਈ ਰੂਲ ਫੋਲੋ ਕਰਨ ਨੂੰ ਕਿਹਾ ਜਾ ਰਿਹਾ ਹੈਗਾ ਤਾਂ ਸਾਨੂੰ ਉਹਨੂੰ ਫੋਲੋ ਕਰਨਾ ਚਾਹੀਦਾ ਹੈਗਾ। ਤੇ ਨਾਲ ਹੁਣ ਅਸੀਂ ਜੇ ਵਰਕਰਸ ਦੀ ਗੱਲ ਕਰ ਲਈਏ ਕਿ ਵਰਕਰਸ ਦਾ ਕਈ ਡਰ ਦੇ ਮਾਰੇ ਨਹੀਂ ਕੰਮਾਂ ਤੇ ਆ ਰਹੇ ਸੀ ਵੀ ਸ਼ਾਇਦ ਸਾਨੂੰ ਨਾ ਹੋ ਜਾਵੇ ਕਰੋਨਾ। ਕਈਆਂ ਨੇ ਵੀਕ 2 ਵੀਕ ਦੀਆਂ ਛੁੱਟੀਆਂ ਵੀ ਲਈਆਂ ਹੈਗੀਆਂ ਨੇ। ਪਰ ਇੱਕ ਕਾਲਰ ਨੇ ਆਪਣੇ ਨਾਲ, ਫਿਰ ਮੈਂ ਇਸ ਕੁਐਸਚਨ ਨੂੰ ਅੱਗੇ ਵਧਾਵਾਂਗੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਸੀ ਬਾਈਟ ਜਿੰਦਾਬਾਦ। ਦੇਸੀ ਬਾਈਟ ਭਾਜੀ, ਥੈਂਕ ਯੂ ਸੋ ਮਚ। ਤੁਹਾਡਾ ਫੂਡ ਬਹੁਤ ਘੈਂਟ ਹੁੰਦਾ ਜੀ। ਥੈਂਕ ਯੂ ਸੋ ਮਚ ਭਾਜੀ। ਹਾਂ ਵੀਰ ਜੀ, ਏਦਾਂ ਹੈਗਾ ਵੀ ਹੁਣ ਜਿੱਦਾਂ ਮੈਂ ਇਹੀ ਪੁੱਛਣਾ ਸੀ ਵੀ ਇੱਕ ਨਵਾਂ ਹੀ ਟ੍ਰੈਂਡ ਸੈੱਟ ਹੋ ਗਿਆ ਟੇਕ ਆਊਟ ਦਾ, ਐਂਡ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਆ ਵੀ
ਉੱਥੇ ਪੂਰੇ ਪ੍ਰੀਕਾਸ਼ਨ ਵਰਤੇ ਜਾ ਰਹੇ ਆ, ਜਿੱਦਾਂ ਕਿ ਤੁਸੀਂ ਸ਼ੋਅ ਦੇ ਵਿੱਚ ਹੁਣ ਐਕਸਪਲੇਨ ਵੀ ਕਰ ਰਹੇ ਹੋ ਬਾਰ-ਬਾਰ। ਹਾਂਜੀ ਤੇ ਆਪਾਂ ਤੁਹਾਡਾ ਪਿਆਰ ਬਹੁਤ ਕਰਦੇ ਆ, ਸਾਡੇ ਬ੍ਰਾਂਡ ਨੂੰ, ਸਾਡੇ ਫੂਡ ਨੂੰ। ਮੇਰੀ ਫੈਮਿਲੀ ਵੀ ਬਹੁਤ ਲਾਈਕ ਕਰਦੀ ਹੈ ਭਾਜੀ। ਸੋ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਤੁਸੀਂ ਸਮਝ ਜਾਓਗੇ। ਅਸੀਂ ਹੁਣ ਸੰਡੇ ਨੂੰ ਮੇਰੇ ਫਰੈਂਡ ਦੀ ਬੇਟੀ ਦੀ ਨਾ ਬਰਥਡੇ ਆ। We thought of having fun at your place and then ਉੱਥੇ ਕੀ ਹੋਇਆ, ਸਾਰੇ ਜਾਣੇ ਕਹਿਣ ਲੱਗ ਗਏ no ਪਾਇਲ ਬਿਜ਼ਨਸ ਸੈਂਟਰ 'ਚ ਬਹੁਤ ਰੌਲਾ ਪਿਆ ਇਸ ਚੀਜ਼ ਦਾ, ਤੇ ਅਸੀਂ ਉੱਥੇ ਨਹੀਂ ਬਹਿਣਾ, ਜਾ ਕੇ ਹੋਰ ਕਿਤੇ ਬਹਿੰਦੇ ਹਾਂ। ਤੇ ਭਾਜੀ ਉਹ ਜਿਹੜੀ ਚੀਜ਼ ਮਾਈਂਡ ਸੈਟ ਬਣ ਰਿਹਾ ਲੋਕਾਂ ਦਾ, ਮੈਂ ਚਾਹੁੰਦਾ ਹਾਂ ਕਿ ਸਾਡੇ ਜਿਹੜੇ ਕਮਿਊਨਿਟੀ ਦੇ ਕਿਸੇ ਵੀ ਬਿਜ਼ਨਸ ਨੂੰ ਇੱਦਾਂ ਨਾ ਹੋਵੇ। ਉਹਦੇ ਲਈ ਕੋਈ ਮੈਸੇਜ ਦਿਓ ਆਪਣੇ ਇੱਥੇ ਜਿੱਥੇ ਤੁਸੀਂ ਹੁਣ ਬੈਠੇ ਆ। ਅਰਸ਼ ਜੀ ਦਾ ਸ਼ੋਅ ਬਹੁਤ ਚੰਗਾ ਹੁੰਦਾ ਹੈ, ਇਹਨਾਂ ਦੇ ਬਹੁਤ ਵੀਵਰ ਮੈਨੂੰ ਪਤਾ ਹੋਣਗੇ। ਇਹਨਾਂ ਦੇ ਥਰੂ ਪਲੀਜ਼ ਮੈਸੇਜ ਦਿਓ ਕਿ ਇੱਦਾਂ ਦਾ ਥ੍ਰੈਟ ਜਿਹੜਾ ਆ ਲੋਕਾਂ ਦੇ ਅੰਦਰੋਂ ਬਾਹਰ ਆਏ। ਬਿਕੋਜ਼ ਇੱਦਾਂ ਜਿੱਦਾਂ ਹੁਣ ਛੋਟੀ ਜਿਹੀ ਪਾਰਟੀ ਕਰਨੀ ਸੀ 2 ਫੈਮਿਲੀ ਨੇ, ਹੁਣ ਅਸੀਂ ਤਾਂ 10 ਜਾਣੇ ਵੀ ਨਹੀਂ ਸੀ ਹੋਣਾ। ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਲੀਜ਼ ਸਾਨੂੰ ਮੈਸੇਜ ਦਿਓ। ਇੱਥੇ ਜਿਹੜੇ ਵੀ ਮੇਰੇ ਫਰੈਂਡ ਵੀ ਦੇਖ ਰਹੇ ਆ ਸਾਰੇ ਤੁਹਾਨੂੰ ਇਸ ਟਾਈਮ, ਮੈਂ ਚਾਹੁੰਦਾ ਵੀ ਤੁਸੀਂ ਕੋਈ ਮੈਸੇਜ ਦਿਓ, ਕੋਈ ਦੱਸੋ ਸਾਨੂੰ, ਕੋਈ ਗਾਈਡ ਕਰੋ ਸਾਡੀ ਪਲੀਜ਼। ਥੈਂਕ ਯੂ ਜੀ, ਥੈਂਕ ਯੂ ਫॉर ਦ ਕਾਲ। ਬਿਲਕੁਲ, ਸੋ ਇਹ ਗੱਲ ਸਹੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀਗਾ ਕਿ ਉੱਥੇ ਨਹੀਂ ਜਾਣਾ, ਉੱਥੇ ਚਾਹੇ ਉਹ ਕੋਈ ਵੀ ਬਿਜ਼ਨਸ ਹੈਗਾ ਆ, ਇੰਪੈਕਟ ਤਾਂ ਪੈਂਦਾ ਹੈਗਾ ਆ। ਹੁਣ ਤੁਸੀਂ ਪਹਿਲਾਂ ਵੀ ਅਸੀਂ ਦੱਸ ਚੁੱਕੇ ਹੈਗੇ ਆ ਕਿ ਬਹੁਤ ਪ੍ਰੀਕਾਸ਼ਨਸ ਵਰਤੇ ਜਾ ਰਹੇ ਨੇ, ਪਰ ਜਿਹੜੇ ਲੋਕ ਜਾ ਕੇ ਬੈਠਣ ਤੋਂ ਡਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਭਾਜੀ ਦਾ ਫੋਨ ਆਇਆ, ਦਿਲ ਬਹੁਤ ਖੁਸ਼ ਹੋਇਆ ਜੀ। ਜਿਹੜਾ ਨਾਰਾ ਲਾਇਆ ਨਾ ਉਹਨਾਂ ਨੇ, ਦਿਲ ਖੁਸ਼ ਕਰਤਾ। ਥੈਂਕ ਯੂ ਭਾਜੀ ਸੋ ਮਚ। ਤੇ ਇਦਾਂ ਹੀ ਪਿਆਰ ਬਣਦਾ, ਮੈਂ ਚਾਹੁੰਦਾ ਬਣਿਆ ਰਹੇ। ਤੇ ਬਾਕੀ ਮੇਰੀ ਆਪਣਾ ਨਾ, ਜਿਵੇਂ ਭਾਜੀ ਨੇ ਕਿਹਾ ਵੀ ਲੋਕਾਂ ਦੇ ਵਿੱਚ ਇੱਕ ਡਰ ਬਣਿਆ ਹੋਇਆ ਸੀ। ਦੇਖੋ ਜੀ, ਕਰੋਨਾ ਤਾਂ ਸਾਰੇ ਪਾਸੇ ਹੀ ਆ, ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਕਿਤੇ ਵੀ। ਇਹ ਤੇ ਆਪਾਂ ਕੋਈ ਕਰ ਨਹੀਂ ਸਕਦੇ ਹੈਗੇ, ਜਿੱਥੇ ਇਹਨੇ ਜਾਣਾ ਉੱਥੇ ਤਾਂ ਚਲੇ ਹੀ ਜਾਣਾ। ਆਪਾਂ ਆਪਣੇ ਵੱਲੋਂ ਪ੍ਰੀਕਾਸ਼ਨ ਹੀ ਕਰ ਸਕਦੇ ਹਾਂ ਕਿ ਜਿੰਨੇ ਆਪਾਂ ਵੱਧ ਤੋਂ ਵੱਧ ਕਰ ਸਕੀਏ। ਤੇ ਅਸੀਂ ਜਿਵੇਂ ਇੱਕ ਆਪਣਾ ਕਿਤੇ ਇੱਕ ਜਗ੍ਹਾ ਹੋਇਆ ਨਾ, ਤੇ ਸਮਾਂ ਤੇ ਉੱਥੇ ਮੈਨੂੰ ਵੀ ਸਪੈਸ਼ਲੀ ਕਿਹਾ ਗਿਆ ਤੁਸੀਂ ਨਾ ਜਾਇਓ, ਐ ਨਾ ਕਰਿਓ, ਬਟ ਮੈਂ ਫਿਰ ਵੀ ਜਾ ਕੇ ਆਇਆ ਉੱਥੇ। ਮੈਂ 2 ਵਾਰੀ ਜਾਇਆ ਆ। ਬਟ ਉਹਦਾ ਮਕਸਦ ਕੀ ਕਿ ਅਸੀਂ ਗਏ, ਆਪਣਾ ਦੂਜੇ ਭਾਜੀ ਉਹ ਵੀ ਗਏ ਸੀ ਨਾਲ, ਤੇ ਅਸੀਂ ਗਏ ਉੱਥੇ ਤੇ ਸਾਨੂੰ ਤਾਂ ਕੁਝ ਨਹੀਂ ਹੋਇਆ ਹੈਗਾ, ਕਿਉਂਕਿ ਸਾਨੂੰ ਪਤਾ ਕਿ ਅਸੀਂ ਜੇ ਉੱਥੇ ਕੋਈ ਇਹੋ ਜਿਹੀ ਚੀਜ਼ ਹੈਗੀ ਆਪਾਂ ਉਹ ਤੋਂ ਬਚਣਾ ਕਿਵੇਂ ਆ। ਅਸੀਂ ਬੈਠ ਕੇ ਵੀ ਆਏ, ਚਾਹ ਵੀ ਪੀ ਕੇ ਆਏ, ਪਾਣੀ ਵੀ ਪੀ ਕੇ ਆਏ ਆ, ਬਟ ਸਾਨੂੰ ਆਪਣੇ ਜਿਹੜੇ ਪ੍ਰੀਕਾਸ਼ਨਸ ਆ ਉਹ ਕਿਵੇਂ ਤੁਸੀਂ ਲੈਣੇ ਆ। ਤੇ ਆਪਣੇ ਵੱਲੋਂ ਭਾਜੀ ਵੀ ਜਿਵੇਂ ਅਸੀਂ ਆਪਣੇ ਵੱਲੋਂ ਪੂਰੀ ਟਰਾਈ ਕਰਦੇ ਆ, ਤਾਂ ਨਾਲ ਜਿੰਨੇ ਬੰਦੇ ਆਉਨੇ ਆ ਤੇ ਨਾਲ ਉਹਨਾਂ ਨੂੰ ਵੀ ਥੋੜਾ ਜਿਹਾ ਉਹ ਕਰਨਾ ਪੈਣਾ। ਤੇ ਬਾਕੀ ਜੇ ਕਿਤੇ ਅਸੀਂ ਗਲਤ ਵੀ ਆ, ਕੋਈ ਵੀ ਆ, ਤਾਂ ਸਾਨੂੰ ਦੱਸੋ, ਅਸੀਂ ਉਹ ਵੀ ਆਪਣੇ ਵੱਲੋਂ ਜਿੰਨੀ ਟਰਾਈ ਹੋ ਸਕੀ ਵੱਧ ਤੋਂ ਵੱਧ ਕਰਾਂਗੇ ਜੀ। ਬਿਲਕੁਲ। ਤੇ ਦੂਜੀ ਗੱਲ, ਕਮਿਊਨਿਟੀ ਸੱਚੀ ਪਹਿਲੀ ਗੱਲ ਹੈ, ਇਸੇ ਬਹੁਤ ਡਰ ਬਣਿਆ ਹੋਇਆ। ਆਪਾਂ ਇਹਨੂੰ ਮਾੜਾ ਜਿਹਾ ਰਲ ਮਿਲ ਕੇ, ਜੇ ਕਿਤੇ ਕੋਈ ਗਲਤ ਹੈ ਕਿਤੇ ਇਕੱਠੇ ਹੋ ਕੇ ਆਪਾਂ ਵਧੀਆ ਵੀ ਜਾਣੀ ਰਲ ਮਿਲ ਕੇ ਇਹਨੂੰ ਇਹ ਔਖੇ ਘੜੀ ਚੋਂ ਨਿਕਲੀ ਆਪਾਂ। ਬਿਲਕੁਲ ਬਿਲਕੁਲ ਜੀ। ਹਾਂਜੀ, ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗਾ ਕਿ ਜਿਵੇਂ ਕਹਿੰਦੇ ਨੇ ਕਿ ਵਹਿਮ ਦਾ ਕੋਈ ਇਲਾਜ ਨਹੀਂ, ਅਫਵਾਹ ਦਾ ਕੋਈ ਸਬੂਤ ਨਹੀਂ। ਬਿਲਕੁਲ। ਅਫਵਾਹ ਦੇ ਬੇਸ ਤੇ ਜੇ ਤੁਸੀਂ ਕਹੋ ਕਿ ਉੱਥੇ ਨਹੀਂ ਜਾਣਾ, ਫਿਰ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਾਂ ਖਾਣਾ ਵੀ ਛੱਡ ਦਈਏ। ਜਿਵੇਂ ਪੋਲਟਰੀ ਪਲਾਂਟਸ ਦਾ ਹਰ ਇੱਕ ਨੂੰ ਪਤਾ ਕਿ ਉੱਥੇ ਕਿੰਨੇ ਇਨਫੈਕਟਡ ਸੀ। ਹੁਣ ਲੋਕਾਂ ਨੇ ਚਿਕਨ ਖਾਣਾ ਤਾਂ ਨਹੀਂ ਛੱਡਦਾ। ਬਿਲਕੁਲ। ਲੋਕੀ ਕੌਨਫੀਡੈਂਸ ਬਿਲਡ ਹੋਇਆ, ਉਹਨਾਂ ਨੇ ਵੀ ਰਿਕੁਆਇਰਮੈਂਟਸ ਜੋ ਵੀ ਹੈਗੀਆਂ ਸੀ ਕਰਕੇ ਆਪਣਾ ਬਿਜ਼ਨਸ ਉਹਨਾਂ ਨੇ ਚਲਾਇਆ। ਅਲਬਰਟਾ ਦੇ ਵਿੱਚ ਕਿੰਨੇ ਵੱਡੇ ਵੱਡੇ ਪਲਾਂਟ ਬੰਦ ਹੋਏ ਸੀ, ਪਰ ਦੇ ਆਰ ਬੈਕ ਇਨ ਬਿਜ਼ਨਸ, ਉਹ ਫਿਰ ਸ਼ੁਰੂ ਹੋ ਗਏ। ਇਹ ਤੇ ਫਿਰ ਵੀ ਸਿਰਫ ਅਫਵਾਹ ਸੀ, ਕੁਝ ਹੋਇਆ ਨਹੀਂ। ਡਰਨਾ ਚਾਹੀਦਾ, ਪਰ ਇੰਨਾ ਵੀ ਨਹੀਂ ਡਰਨਾ ਚਾਹੀਦਾ ਕਿ ਡਰ ਕੇ ਘਰੇ ਬੈਠੇ ਰਹੋ। ਸੋ ਆਪਣੀਆਂ ਪ੍ਰੀਕਾਸ਼ਨਸ ਲਓ, ਲੋਕਲ ਬਿਜ਼ਨਸ ਨੂੰ ਸਪੋਰਟ ਕਰੋ ਜਿਵੇਂ ਪਹਿਲਾਂ ਕਰਦੇ ਸੀ, ਕਿਉਂਕਿ ਜੇ ਬਿਜ਼ਨਸ ਚੱਲਣਗੇ ਤੇ ਤਾਂ ਹੀ ਸਰੀ ਦੀ ਇਕਨੋਮੀ ਰਹੂਗੀ, ਕੈਨੇਡਾ ਦੀ ਇਕਨੋਮੀ 'ਚ ਆਪਾਂ ਰਵਾਂਗੇ। ਸੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਡਰ ਵਾਲੀ ਕੋਈ ਗੱਲ ਨਹੀਂ, ਅਫਵਾਹ ਸੀ, ਆਈ ਗਈ। ਸੋ ਪਲੀਜ਼ ਪਾਇਲ ਸੈਂਟਰ 'ਚ ਆਓ, ਸਾਰੇ ਬਿਜ਼ਨਸ ਨੂੰ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਹੈ ਕਿਤੇ ਵੀ। ਜੀ ਬਿਲਕੁਲ। ਸਮਾਲ ਬਿਜ਼ਨਸ ਚਾਹੇ ਮੀਡੀਅਮ ਬਿਜ਼ਨਸ ਹੈਗੇ ਨੇ, ਸਾਰਿਆਂ ਨੂੰ ਸਪੋਰਟ ਦੀ ਲੋੜ ਹੈ। ਇੱਕ ਦੂਜੇ ਦੀ ਸਪੋਰਟ ਨਾਲ ਇਹ ਬਿਜ਼ਨਸ ਜਿਹੜੇ ਉਹ ਚੱਲ ਰਹੇ ਨੇ। ਵਰਕਰਸ ਦੀ ਮੈਂ ਦੇਖਿਆ ਬਹੁਤ ਜਿਹੜੀ ਲੋਕਾਂ ਨੂੰ ਆ ਰਹੀ ਸੀ ਨਾ ਕਿ ਘਾਟ ਹੈਗੀ ਆ, ਜਾਂ ਕਈ ਲੋਕ ਡਰ ਕੇ ਘਰੇ ਬੈਠੇ ਆ, ਜਾਂ ਕਈ ਵਾਰ ਕਈਆਂ ਦੇ ਬੱਚੇ ਜਿਨ੍ਹਾਂ ਦੀ ਕਈ ਤਾਂ ਡਰ ਕੇ ਬੈਠੇ ਨੇ, ਪਰ ਕਈ ਲੋਕ ਮਜਬੂਰੀ ਆ, ਉਹਨਾਂ ਦੀ ਬੱਚੇ ਘਰੇ ਨੇ, ਬਜ਼ੁਰਗ ਘਰੇ ਨੇ, ਤੇ ਉਹ ਵਰਕਰ ਜਿਹੜੇ ਨੇ ਉਹਨਾਂ ਦੀ ਬਹੁਤ ਘਾਟ ਹੋ ਰਹੀ ਸੀ। ਤੁਹਾਨੂੰ ਇਦਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਵਰਕਰ ਨਹੀਂ ਆ ਰਹੇ? ਕਈ ਨਜਾਇਜ਼ ਫਾਇਦਾ ਵੀ ਲੈ ਰਹੇ ਹੈ ਜੀ। ਵਰਕਰ
ਪਹਿਲਾਂ ਤਾਂ ਡਰ ਸੀ ਸਾਰਿਆਂ 'ਚ ਜੀ। ਅਸੀਂ ਵੀ ਖੁਦ ਆਪ ਐਵੇਂ ਕਹੀਏ ਪਹਿਲੇ ਨੰਬਰ ਦੇ ਵਿੱਚ ਸੀਗੇ ਜਦੋਂ ਇਹ ਟਾਈਮ, ਉਸ ਟਾਈਮ ਤੇ ਸਮ ਟਾਈਮ ਨਾ ਤੁਸੀਂ ਆਪਣੇ ਬਾਰੇ ਨਹੀਂ ਆਪਣੀ ਫੈਮਿਲੀ ਬਾਰੇ ਸੋਚਦੇ ਆ ਕਿ ਬੱਚੇ ਆ, ਮਾਂ-ਬਾਪ ਆ, ਉਹਨਾਂ ਨੂੰ ਨਾ ਕੁਛ ਨਾ ਹੋਵੇ, ਵੀ ਸਾਡੇ ਕਰਕੇ ਕੋਈ ਬਿਮਾਰੀ ਘਰੇ ਨਾ ਚਲੀ ਜਾਵੇ। ਤੇ ਉਸ ਟਾਈਮ ਤੇ ਚਲੋ ਸਾਰਿਆਂ ਦੇ ਆਪਾਂ ਦੇਖਦਾ ਸੀਗਾ, ਤੇ ਜੇ ਕੋਈ ਚਾਹੁੰਦਾ ਸੀਗਾ, ਮੰਨਦਾ ਸੀ, ਆਪਾਂ ਕਹਿਤਾ ਵੀ ਕੋਈ ਗੱਲ ਨਹੀਂ, ਵੀ ਤੁਸੀਂ ਨਾ ਆਓ, ਆਪਾਂ ਆਪਣੇ ਆਪ ਹੀ 15 ਦਿਨ ਵਾਸਤੇ ਬੰਦ ਕਰਕੇ ਘਰਾਂ 'ਚ ਬੈਠ ਗਏ ਜੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਰੀਓਪਨਿੰਗ ਕੀਤੀ ਤਾਂ ਸਾਰਿਆਂ ਨੂੰ ਪੁੱਛਿਆ ਵੀ ਭਾਈ ਰੈਡੀ ਹੋ, ਆਉਣਾ ਚਾਹੁੰਦੇ ਹੋ, ਆ ਗਏ ਜੀ। ਉਸ ਤੋਂ ਬਾਅਦ ਦੇ ਵਿੱਚ ਕੁਝ ਸਟਾਫ ਸਾਨੂੰ ਉਸ ਟਾਈਮ ਤੇ ਸ਼ਾਇਦ ਨਹੀਂ ਲੋੜ ਸੀਗੀ, ਕਿਉਂਕਿ ਕੰਮ ਹੀ ਬਹੁਤ ਜ਼ਿਆਦਾ ਹੋਏ ਵੀ ਸੀਗੇ, ਸੇਲਸ ਅੱਧੀਆਂ ਰਹਿ ਗਈਆਂ ਸੀਗੀਆਂ, ਆਲਮੋਸਟ 70% ਥੱਲੇ ਆ ਗਿਆ ਸੀ ਕੰਮ। ਮੁੜ ਕੇ ਦੁਬਾਰਾ ਜਿਵੇਂ ਉੱਪਰ ਨੂੰ ਆਉਣਾ ਹੋਇਆ, ਬੈਕ ਟੂ ਨਾਰਮਲ ਆਇਆ, ਤਾਂ ਸਟਾਫ ਦੀ ਵੀ ਲੋੜ ਪਈ। ਤਾਂ ਸਟਾਫ ਦੀ ਗੱਲ ਇਹ ਆ ਕਿ ਜਿੰਨੇ ਕੁ ਬੰਦੇ ਆਉਣੇ, ਜਿਨ੍ਹਾਂ ਦੀ ਇੰਟਰਵਿਊਜ਼ ਕਰਦੇ ਆ, ਮੋਸਟਲੀ 90% ਕੈਸ਼ ਮੰਗਦੇ ਆ, ਕਹਿੰਦੇ ਜੀ ਕੈਸ਼ ਦਿਓ। ਉਹਨਾਂ ਨੂੰ ਤੁਹਾਨੂੰ ਪਤਾ ਹੀ ਇਹਦੇ ਪਿੱਛੇ ਰੀਜ਼ਨ ਕੀ ਹੈ, ਕਿਉਂਕਿ ਉਹ ਬੈਨੀਫਿਟਸ ਲੈ ਰਹੇ ਆ। ਬਿਲਕੁਲ, ਅਸੀਂ ਇੱਥੇ ਕਲੀਅਰ ਵੀ ਕਰ ਸਕਦੇ ਹਾਂ ਕਿ ਸੀਆਰ ਵੀ ਲੋਕਾਂ ਨੇ ਅਪਲਾਈ ਕੀਤੀ ਹੈ ਤੇ ਉਹ ਚਾਹੁੰਦੇ ਨੇ ਜੇ ਸਾਨੂੰ ਵਰਕ ਲੈਣਾ ਹੈਗਾ ਸਾਡੇ ਤੋਂ, ਸਾਨੂੰ ਕੈਸ਼ ਪੇ ਕਰ ਦਿਓ। ਤੁਹਾਡੇ ਨਾਲ ਵੀ ਇਦਾਂ ਦਾ ਕੁਝ ਹੋਇਆ ਕਦੇ, ਇਦਾਂ ਦਾ ਇਨਸੀਡੈਂਟ? ਸਾਡੇ ਨਾਲ ਹੋਇਆ ਨਹੀਂ, ਵਰਕਰ ਸਾਡੇ ਠੀਕ ਸੀ, ਐਵੇਂ ਕਹੀਏ, ਅਸੀਂ ਆਪ ਵੀ ਕੰਮ ਕੀਤਾ ਉਦੋਂ, ਸੋ ਵਰਕਰਸ ਬਾਰੇ ਸਾਨੂੰ ਇਸ ਤਰ੍ਹਾਂ ਦੀ ਕੰਪਲੇਂਟ ਨਹੀਂ। ਪਰ ਮੈਂ ਇੱਥੇ ਇਹ ਐਡ ਕਰਨਾ ਜ਼ਰੂਰ ਕਹੂੰਗਾ ਕਿ ਜਿੰਨੇ ਵੀ ਹੋਰ CRBAR ਲੈ ਰਹੇ ਨੇ, ਇਹ ਨਾ ਭੁੱਲੋ, ਅੱਜ ਤੇ ਪੈਸੇ ਆ ਰਹੇ ਨੇ, ਇਹ ਦੇਣੇ ਪੈਣੇ ਨੇ। ਇਹ ਤੁਸੀਂ ਨਾ ਦੋਗੇ ਤੇ ਤੁਹਾਡੇ ਗਾਂ ਵਾਲੀ ਨਸਲ ਦੇਣਗੀ। ਪੈਸੇ ਕਦੀ ਫ੍ਰੀ ਨਹੀਂ ਕੋਈ ਆਉਂਦਾ, ਇਹ ਮੋੜਨੇ ਪੈਣੇ ਆ ਜੀ। ਬਿਲਕੁਲ, ਨਾਲ ਸਬੂਤ ਹੈਗਾ ਹੈ ਜਾਂ ਲੇ ਆਫ ਜੇ ਤੁਹਾਨੂੰ ਦਿੱਤੀ ਹੈਗੀ ਹੈ ਤਾਂ ਤੁਸੀਂ ਤਾਂ ਲੇ ਆਫ, ਜੇ ਕਿਸੇ ਬਿਜ਼ਨਸ ਨੇ ਲੇ ਆਫ ਦਿੱਤੀ ਨਹੀਂ, ਇਹ ਚੀਜ਼ਾਂ ਬਹੁਤ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਬਿਜ਼ਨਸ ਇਹ ਕੰਪਲੇਂਟ ਕਰ ਰਹੇ ਨੇ ਕਿ ਅਸੀਂ ਵਰਕਰਸ ਨੂੰ ਕਿੱਥੋਂ ਲੈ ਕੇ ਆਈਏ, ਕਿਉਂਕਿ ਉਹ CRB ਤੁਸੀਂ ਲੈ ਰਹੇ ਹੈਗੇ ਆ ਤੇ ਨਾਲ ਸਾਨੂੰ ਕਹਿ ਰਹੇ ਆ ਸਾਨੂੰ ਕੈਸ਼ ਤੇ ਰੱਖ ਲਓ। ਉਹ ਹੁਣ ਬਿਜ਼ਨੈਸਸ ਦੇ ਵਾਸਤੇ ਵੀ ਹਾਰਡ ਹੈਗਾ ਕਿ ਵਰਕਰ ਨਹੀਂ ਮਿਲ ਰਹੇ ਹੈਗੇ। ਪਹਿਲੀ ਗੱਲ ਤਾਂ ਜੀ, ਹਰੇਕ ਬਿਜ਼ਨਸ, ਜਿੱਥੇ ਸਾਡਾ ਬਿਜ਼ਨਸ ਦੇ ਵਿੱਚ 25% ਕੈਸ਼ ਆਉਂਦਾ ਸੀਗਾ, 75% ਸਾਰਾ ਵੀਜ਼ੇ ਵਗੈਰਾ, ਤੇ ਉਹ ਜਿਹੜਾ 25% ਆਉਂਦਾ ਸੀ ਉਹ ਵੀ ਗਿਆ ਜੀ। ਪਹਿਲਾਂ ਤਾਂ ਅਸੀਂ ਉਹ ਲੈਣੇ ਬੰਦ ਕਰਤਾ ਸੀਗਾ, ਹਰੇਕ ਬੰਦਾ ਡਰਦਾ ਸੀਗਾ। ਰਾਈਟ ਨਾਓ ਨਾਲੇ ਕਾਹਤੇ ਦਵੇ ਕੋਈ ਕਿਸੇ ਨੂੰ, ਹੁਣ ਇੱਕ ਮੈਂ EMPLOYE ਹਾਇਰ ਕਰ ਰਿਹਾ, ਉਹ ਪਹਿਲਾਂ ਹੀ ਆਪਣੀ ਕੰਡੀਸ਼ਨ ਕਹਿ ਰਿਹਾ ਜੀ ਮੈਨੂੰ ਕੈਸ਼ ਦਿਓ, ਕਾਹਤੇ ਦਈਏ ਜੀ ਅਸੀਂ? ਤੇ ਇੱਕ ਸ਼ਰਮ ਗਲਤ ਹੈ ਇਹ ਜੀ। ਹੁਣ ਉਹ ਬੈਨੀਫਿਟਸ ਲੈ ਰਹੇ ਆ, ਤੇ ਕੁਝ ਬਿਜ਼ਨਸ ਕਰਦੇ ਵੀ ਹੋਣਗੇ ਸ਼ਾਇਦ, ਆਈ ਡੋਨਟ ਨੋ, ਪਰ ਜਿੱਥੇ ਤੱਕ ਸਾਨੂੰ ਲੱਗਦਾ ਸੀ ਔਖੀ ਤਾਂ ਕੱਟ ਰਹੇ ਆ। ਤੇ ਬਟ ਸਾਨੂੰ ਵਰਕਰ ਕੁੱਕ ਦੀ ਮੈਨੂੰ ਲੋੜ ਆ ਹੁਣ ਰਾਈਟ ਨਾਓ, ਬਟ ਜਿੰਨੇ ਅਸੀਂ ਹੁਣ ਇੱਥੇ ਜੌਬ ਹਾਇਰਿੰਗ ਵੀ ਲਾ ਦਿੰਦੇ ਆ, ਸਾਨੂੰ ਦੇਸੀ ਬਾਈਟ ਨੂੰ ਕੁੱਕ ਦੀ ਲੋੜ ਹੈਗੀ ਹੈ, ਕੰਟੈਕਟ ਦੇਸੀ ਬਾਈਟਸ। ਜਾ ਜੇ ਕੋਈ ਮੇਰਾ ਵੀਰ ਕਰਨਾ ਚਾਹੁੰਦਾ, ਵਧੀਆ ਪ੍ਰੋਫੈਸ਼ਨਲ ਕੁੱਕਾ ਕਰੀਆਂ ਵਾਲਾ, ਮੋਸਟ ਵੈਲਕਮ, ਵਧੀਆ ਤਨਖਾਹ ਦੇਵਾਂਗੇ, ਪਰ ਕੈਸ਼ ਨਹੀਂ ਦੇਣਾ। ਤੁਸੀਂ ਤਾਂ ਨਹੀਂ ਹਾਇਰ ਕਰ ਰਹੇ? ਨਹੀਂ, ਇਸ ਟਾਈਮ ਤੇ ਅਸੀਂ ਨਹੀਂ ਕਰ ਰਹੇ ਜੀ, ਥੈਂਕ ਯੂ। ਬਿਲਕੁਲ, ਸੋ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਕੋਵਿਡ ਨੇ ਸਾਨੂੰ ਨਵੀਂ ਜ਼ਿੰਦਗੀ ਜਿਉਣ ਲਾ ਦਿੱਤਾ, ਮੈਨੂੰ ਲੱਗਦਾ। ਅਸੀਂ ਜਿਵੇਂ ਸਭ ਤੋਂ ਪਹਿਲਾਂ ਹੈਂਡਸ਼ੇਕ ਕਰਨ ਦਾ ਕਲਚਰ ਸੀ, ਬਿਲਕੁਲ ਖਤਮ ਹੋ ਗਿਆ ਹੈਗਾ ਹੈ। ਜੇ ਅਸੀਂ ਕਰਦੇ ਵੀ ਹੈਗੇ ਆ ਤਾਂ ਡਰ ਕੇ ਫਟਾਫਟ ਸੈਨੀਟਾਈਜ਼ ਕਰ ਲਈਦਾ ਹੈਗਾ ਹੈ ਕਿ ਭੁੱਲ ਭੁਲੇਖੇ ਸਾਡੇ ਤੋਂ ਹੋ ਗਿਆ। ਫਿਰ ਮਾਸਕ ਦਾ ਕਲਚਰ ਹੈ ਕਿ ਅਸੀਂ ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਤੇ ਜਾਣਾ ਆ, 50 ਜਾਣਿਆਂ ਦਾ ਇਕੱਠ ਨਹੀਂ ਕਰਨਾ। ਸਾਨੂੰ ਇੱਕ ਨਵਾਂ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈਗਾ, ਜਾਂ ਹਰ ਚੀਜ਼ ਅਸੀਂ ਨਵੇਂ ਤਰੀਕੇ ਦੇ ਨਾਲ ਲੱਭਦੇ ਹਾਂ। ਜਿਵੇਂ ਤੁਸੀਂ ਮਿਸਟਰ ਢਿੱਲੋਂ ਨੇ ਕਿਹਾ ਹੈਗਾ ਕਿ ਪਲੈਕਸੀ ਗਲਾਸ ਜਾਂ ਉਹ ਜਿਹੜਾ ਪੈਡ ਦੇ ਉੱਤੇ ਲਾਉਣ ਵਾਸਤੇ ਜਿਹੜਾ ਹੈਗਾ, ਉਹ ਰਾਈਟ ਅਵੇ ਅਸੀਂ ਜਾ ਕੇ ਖਰੀਦ ਲਿਆ ਕਿਉਂਕਿ ਉਹ ਅਵੇਲੇਬਲ ਸੀਗਾ। ਹੁਣ ਤੁਸੀਂ ਨਵੀਂ ਚੀਜ਼ ਤਰੀਕੇ ਦੇ ਨਾਲ ਜਾਓ। ਤੇ ਤੁਹਾਨੂੰ ਕੀ ਲੱਗਦਾ ਓਵਰਆਲ ਇਫੈਕਟ ਕੀ ਪਿਆ ਹੈਗਾ ਤੁਹਾਡੇ ਦੇ ਉੱਤੇ? ਓਵਰਆਲ ਇਫੈਕਟ ਇਹ ਹੈ ਕਿ ਜ਼ਿੰਦਗੀ ਬਦਲ ਗਈ। ਬਦਲਾਅ ਦੇ ਨਾਲ ਚੱਲਣਾ ਚਾਹੀਦਾ, ਬਦਲਣ ਦਾ ਨਾਂ ਹੀ ਜ਼ਿੰਦਗੀ ਆ। ਹੁਣ ਕੋਵਿਡ ਇਹ ਤੇ ਹੈ ਨਹੀਂ, ਇਹ ਜਾਣਾ, ਇਹਨੇ ਹੁਣ ਨਾਲ ਹੀ ਰਹਿਣਾ, ਤੇ ਇਹਨੂੰ ਨਾਲ ਹੀ ਆਪਾਂ ਨੂੰ ਰੱਖਣਾ ਪੈਣਾ, ਪਰ ਪ੍ਰੀਕਾਸ਼ਨ ਦੇ ਨਾਲ ਜ਼ਿੰਦਗੀ ਇਦਾਂ ਹੀ ਚੱਲੇਗੀ ਜੀ। ਬਿਲਕੁਲ ਬਿਲਕੁਲ। ਤੇ ਹੁਣ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਇਸ COVID-19 ਨੂੰ ਲੈ ਕੇ, ਪਰ ਸੰਸਥਾਵਾਂ ਦੇ ਨਾਲ ਮੈਂ ਪਹਿਲੀ ਵਾਰ ਦੇਖਿਆ ਸੀ ਕਿ ਕੋਈ ਬਿਜ਼ਨਸ ਵੀ ਜਿਹੜੀ ਲੋਕਾਂ ਦੀ ਹੈਲਪ ਕਰ ਰਿਹਾ ਹੈਗਾ। ਜਿਵੇਂ ਦੇਸੀ ਬਾਈਟਸ ਦਾ ਨਾਮ ਲਵਾਂ ਤਾਂ ਇਹਨਾਂ ਨੇ ਇਸ ਪੈਂਡੈਮਿਕ ਦੇ ਥਰੂ ਬਹੁਤ ਸਾਰੇ ਲੋਕਾਂ ਨੂੰ ਮੀਲਸ ਫ੍ਰੀ ਦਿੱਤੇ ਨੇ, ਖਾਸ ਕਰਕੇ ਸਟੂਡੈਂਟਸ ਨੂੰ, ਤੇ ਨਾਲ ਫਰੰਟ ਲਾਈਨ ਵਰਕਰਸ ਨੂੰ ਵੀ ਤੁਸੀਂ ਮੀਲਸ ਫ੍ਰੀ ਕਰਨੇ, ਜੋ ਕਿ ਬਹੁਤ ਵਧੀਆ ਕੰਮ ਹੈਗਾ ਆ ਕਿ ਖੁਦ ਦਾ ਨਾ ਸੋਚ ਕੇ ਤੁਸੀਂ ਇਸ ਵੇਲੇ ਉਹਨਾਂ ਦਾ ਸੋਚ ਰਹੇ ਹੋ ਜੋ ਸਾਡੇ ਲਈ ਕੰਮ ਕਰ ਰਹੇ ਨੇ। ਖਾਸ ਕਰਕੇ ਉਹ ਸਟੂਡੈਂਟ ਜਿਹੜੇ ਇੰਨੀਆਂ ਫੀਸਾਂ ਭਰ ਕੇ ਇੱਥੇ ਆਏ ਨੇ, ਤੇ ਇੱਥੇ ਆ ਕੇ ਹੁਣ ਉਹਨਾਂ ਕੋਲ ਕੰਮ ਵੀ ਨਹੀਂ ਹੈਗੇ, ਹੁਣ ਉਹਨਾਂ ਦੇ ਸਕੂਲ ਵੀ ਬੰਦ ਹੈਗੇ ਨੇ, ਤੇ ਉਹਨਾਂ ਨੂੰ ਫੂਡ ਦੀ ਲੋੜ ਹੈਗੀ ਹੈ, ਤੇ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕੀਤਾ ਹੈਗਾ ਆ। ਸੋ ਬਹੁਤ ਵਧੀਆ ਉਪਰਾਲਾ ਰਿਹਾ ਹੈਗਾ ਦੇਸੀ ਬਾਈਟਸ ਦੇ ਵੱਲੋਂ ਵੀ। ਤੇ ਨਾਲ ਹੁਣ ਅੱਜ ਦੀ ਗੱਲ ਕਰੀਏ, ਕਿਉਂਕਿ ਹੁਣ ਸਾਰਾ ਬੈਕ ਟੂ ਨਾਰਮਲ ਅਸੀਂ ਆਉਣ ਲੱਗੇ ਹੈਗੇ ਆ, ਨਿਊ ਨਾਰਮਲ ਦੇ ਵਿੱਚ ਐਂਟਰ ਹੋ ਗਏ ਹੈਗੇ ਆ। ਹੁਣ ਕੀ ਕੀਤਾ ਜਾ ਰਿਹਾ ਹੈ ਦੇਸੀ ਬਾਈਟਸ ਦੇ ਵੱਲੋਂ? ਕੀ ਸਟੂਡੈਂਟਸ ਦੇ ਲਈ ਹੁਣ ਵੀ ਕੰਮ ਕੀਤਾ ਜਾ ਰਿਹਾ? ਅਸੀਂ ਹਾਂਜੀ, ਜਿਵੇਂ ਤੁਸੀਂ ਦੱਸ ਕੇ ਹਟਿਆ ਪਹਿਲਾਂ ਕੀਤਾ, ਤੇ ਸੱਚੀ ਦੱਸਾਂ ਤਾਂ ਦਿਲ ਤੋਂ ਨਾ ਅਸੀਂ ਸੋਚਿਆ ਨਹੀਂ ਸੀ ਕਦੇ ਵੀ ਇੰਨਾ ਪਿਆਰ ਮਿਲੂਗਾ। ਤੇ ਦੇਸੀ ਬਾਈਟ ਰੈਸਟੋਰੈਂਟ ਖੋਲ੍ਹਿਆ, ਆਲਮੋਸਟ 3 ਸਾਲ ਹੋਣੇ ਵਾਲੇ ਆ, ਲੋਕਾਂ ਨੇ ਬਹੁਤ ਪਿਆਰ ਦਿੱਤਾ। ਤੇ
ਅਸੀਂ ਭੁੱਲ ਨਹੀਂ ਸਕਦੇ ਕਦੇ ਵੀ। ਤੇ ਇੱਕ ਦਿਲ ਦੇ ਵਿੱਚੋਂ ਵੀ ਸੀਗਾ ਕਿ ਅਸੀਂ ਕਦੇ ਕਿਸੇ ਵਾਸਤੇ ਕੁਝ ਕੀ ਕਰ ਸਕੀਏ। ਇਹ ਇਦਾਂ ਤਾਂ ਹੋ ਨਹੀਂ ਸਕਦਾ ਵੀ ਹਾਂਜੀ ਵੀ ਆਪਾਂ ਪਈਆਂ ਬਹੁਤ ਜ਼ਿਆਦਾ ਦੇਣ ਲੱਗ ਜਾਈਏ, ਉਦਾਂ ਹੀ ਲੋਕਾਂ ਨੂੰ ਪੈਸੇ ਦੇਈ ਜਾਈਏ, ਰਾਈਟ। ਬਟ ਜਦੋਂ ਕੋਈ ਇਹੋ ਜਿਹੀ ਮਾੜਾ ਟਾਈਮ ਆਉਂਦਾ ਤੇ ਮੇਰਾ ਇੱਕ ਖੁਦ ਦਾ ਲਾਇਆ ਆਪਣੇ ਵੱਲੋਂ ਇੱਕ ਹੈਗੀ ਆ ਕੰਟਰੀਬਿਊਸ਼ਨ ਕਿ ਮੈਂ ਥੋੜ੍ਹੇ ਥੋੜ੍ਹੇ ਪੈਸੇ ਕੱਢ ਕੇ ਉਹ ਇਸੇ ਕੰਮ ਵਾਸਤੇ ਰੱਖਦਾ। ਤੇ ਹੁਣ ਜਿਵੇਂ ਲੋੜ ਪਈ ਤਾਂ ਆਪਣੇ ਵੱਲੋਂ ਕੀਤਾ। ਤੇ ਹੁਣ ਵੀ ਮੇਰਾ ਅੱਜ ਹੀ 2-4 ਦਿਨਾਂ ਤੋਂ ਹੁਣ ਮੈਂ ਸੋਚ ਰਿਹਾ ਸੀ ਵੀ ਸ਼ਾਇਦ ਸਟੂਡੈਂਟ ਬਹੁਤ ਜ਼ਿਆਦਾ ਵਿਚਾਰੇ ਨਾ ਜਿਹੜੇ ਆਏ ਹੋਏ ਆ ਵੀ ਉਹਨਾਂ ਨੇ ਖਾਣਾ ਵੀ ਹੈਗਾ, ਹੋਰ ਵੀ ਕੁਝ ਕਰਨਾ, ਤੇ ਜੌਬ ਵਾਸਤੇ ਵੀ ਬਹੁਤ ਫਿਰ ਰਹੇ ਆ। ਈਵਨ ਮੈਂ ਜਾਣਦਾ ਆਪਣੇ ਮੇਰੇ ਜਿਹੜੇ ਰਿਲੇਟਿਵਸ ਆ ਉਹਨਾਂ ਦੇ ਬੱਚੇ ਆਏ ਹੋਏ ਆ, ਉਹਨਾਂ ਨੂੰ ਬਹੁਤ ਦੇਰ ਤੋਂ ਜੌਬਸ ਨਹੀਂ ਮਿਲ ਰਹੀਆਂ। ਹੁਣ ਆਪਾਂ ਕਿਸੇ ਨੂੰ ਇੰਨੀਆਂ ਜੌਬਾਂ ਵੀ ਨਹੀਂ, ਆਪਣੇ ਕੋਲ ਵੀ ਬਿਜ਼ਨਸ ਐਡੇ ਨਹੀਂ ਹੈਗੇ ਮੈਂ 50 ਬੰਦਿਆਂ ਨੂੰ ਜੌਬਸ ਦੇ ਦੇਵਾਂ। ਬਟ ਮੈਂ ਇੱਕ ਉੱਦਾਂ ਸੋਚ ਰਿਹਾ ਸੀ ਬੱਚੇ ਆ ਜਿਵੇਂ ਇਹਨਾਂ ਨੇ ਖਾਣਾ ਪੀਣਾ ਵੀ ਹੋਰ ਵੀ ਕੁਝ ਕਰਨਾ, ਆਪਣੇ ਵੱਲੋਂ ਜਿੰਨਾ ਕੁ ਹੋ ਸਕਦਾ ਇਹਨਾਂ ਨੂੰ ਵੱਧ ਤੋਂ ਵੱਧ ਵਧੀਆ ਡਿਸਕਾਊਂਟ ਦਿੱਤਾ ਜਾਵੇ ਵੀ ਇਹ ਜੇ ਆਪਣਾ ਆਉਣ ਆ ਕੇ ਆਈ ਕਾਰਡ ਦਿਖਾਣ ਵੀ ਅਸੀਂ ਸਟੂਡੈਂਟ ਆ ਤਾਂ ਉਹਨਾਂ ਨੂੰ ਡਿਸਕਾਊਂਟ ਦਿੱਤਾ ਜਾਊਗਾ। ਜੇ ਕੋਈ ਫਰੰਟ ਲਾਈਨ ਵਰਕਰ ਆ ਤਾਂ ਉਹਨਾਂ ਵਾਸਤੇ ਵੀ ਤਹਿ ਦਿਲ ਤੋਂ ਉਹਨਾਂ ਵਾਸਤੇ ਉਦਾਂ ਹੀ ਜਾਨ ਹਾਜ਼ਰ ਆ ਜੀ। ਵੈਰੀ ਨਾਈਸ। ਕਿਉਂਕਿ ਜਿਹੜੇ ਟਾਈਮ ਦੇ ਵਿੱਚ ਲੋਕ ਘਰਾਂ 'ਚ ਬੈਠੇ ਸੀ, ਬਾਹਰ ਨਿਕਲਣ ਤੋਂ ਡਰਦੇ ਸੀ, ਉਹ ਵਿਚਾਰੇ ਹਸਪੀਟਲਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ। ਤੇ ਬਹੁਤ ਲੋਕ ਐ ਵੀ ਉਹਨਾਂ ਦਾ ਸ਼ਾਇਦ ਦਿਮਾਗ ਦੇ ਵਿੱਚ ਹੁਣ ਹੈ ਨਹੀਂ, ਪਰ ਉਹਨਾਂ ਨੇ ਬਹੁਤ ਜ਼ਿਆਦਾ ਉਹ ਕੀਤਾ, ਉਹਨਾਂ ਦੇ ਦਿਲ ਤੇ ਛਾਪ ਹੈ ਜੀ। ਉਹਨਾਂ ਵਾਸਤੇ ਹਮੇਸ਼ਾ 24 ਘੰਟੇ ਖੜੇ ਉਹਨਾਂ ਵਾਸਤੇ। ਬਿਲਕੁਲ। ਸੋ ਬਹੁਤ ਵਧੀਆ ਹੈਗਾ। ਤੁਸੀਂ ਜੇ ਅਸੀਂ ਸਾਰੇ ਵਿਊਅਰਸ ਨੂੰ ਵੀ ਇੱਥੇ ਕਹਦੇ ਆ ਕਿ ਜੇ ਤੁਸੀਂ ਸਟੂਡੈਂਟ ਹੈਗੇ ਆ, ਫਰੰਟ ਲਾਈਨ ਵਰਕਰ ਹੈਗੇ ਆ, ਆਪਣੀ ਆਈਡੀ ਤੁਸੀਂ ਦਿਖਾ ਕੇ ਦੇਸੀ ਬਾਈਟਸ ਤੋਂ ਡਿਸਕਾਊਂਟ ਲੈ ਸਕਦੇ ਹੈਗੇ, ਕਿਉਂਕਿ ਇਸ ਪੈਂਡੈਮਿਕ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਦੇ ਨਾਲ ਹੀ ਅੱਗੇ ਵਧਣਾ ਹੈ, ਇੱਕ ਦੂਜੇ ਦੇ ਸਾਥ ਦੇ ਨਾਲ, ਇੱਕ ਦੂਜੇ ਦੇ ਨਾਲ ਕਾਈਂਡ ਰਹਿ ਕੇ ਤੇ ਇੱਕ ਦੂਜੇ ਦੀ ਸਪੋਰਟ ਕਰਕੇ ਅਸੀਂ ਅੱਗੇ ਵਧ ਸਕਦੇ ਹਾਂ। ਸੋ ਆਪਣੇ ਕੋਲ 1 ਘੰਟੇ ਦਾ ਸਮਾਂ ਸੀਗਾ, ਆਪਣੇ ਕੋਲ ਗੱਲਾਂ ਹੋਰ ਹੈਗੀਆਂ ਨੇ ਪਰ ਟਾਈਮ ਇਜਾਜ਼ਤ ਨਹੀਂ ਦਿੰਦਾ। ਪਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਆਪਣੇ ਵਿਊਅਰਸ ਨੂੰ, ਆਡੀਅנס ਨੂੰ, ਕੀ ਮੈਸੇਜ ਹੈਗਾ ਤੁਹਾਡੇ ਵੱਲੋਂ? ਸਭ ਤੋਂ ਪਹਿਲਾਂ ਮਿਸਟਰ ਢਿੱਲੋਂ। ਮੈਸੇਜ ਇਹ ਹੈ ਜੀ ਕਿ ਬੀ ਸੇਫ, ਜੋ ਵੀ ਆਪਣੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਕਰੋ, ਇਹਨੂੰ ਈਜ਼ੀ ਨਾ ਲਓ ਪਰ ਇੰਨਾ ਵੀ ਨਾ ਡਰੋ ਕਿ ਆਪਾਂ ਬਿਲਕੁਲ ਬਾਹਰ ਅੰਦਰ ਆਉਣਾ ਜਾਣਾ ਛੱਡ ਦਈਏ। ਸੋਸ਼ਲ ਡਿਸਟੈਂਸਿੰਗ, ਬਾਕੀ ਜੋ ਸੈਨੀਟਾਈਜ਼ਰ ਉਹਨੂੰ ਫੋਲੋ ਕਰੋ ਤੇ ਜ਼ਿੰਦਗੀ ਇਦਾਂ ਹੀ ਚੱਲਦੀ ਰਹੇਗੀ। ਜੇ ਆਪਾਂ ਸਾਰੇ ਇਹਨੂੰ ਫੋਲੋ ਕਰਾਂਗੇ ਤੇ ਆਪਾਂ ਸਾਰੇ ਇਹਦੇ ਵਿੱਚੋਂ ਨਿਕਲ ਜਾਵਾਂਗੇ। ਮੇਰਾ ਇਹ ਸਾਰਿਆਂ ਨੂੰ ਸੰਦੇਸ਼ ਹੈ। ਥੈਂਕ ਯੂ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਮਿਸਟਰ ਮਾਨ? ਮੈਂ ਕਹਿਣਾ ਚਾਹੁੰਦਾ ਜੀ ਟਾਈਮ ਰੱਬ ਨੇ ਬਹੁਤ ਮਾੜਾ ਲਿਖਿਆ ਆਂਦਾ ਸਾਰਿਆਂ ਦੇ ਉੱਤੇ। ਇਹ ਇਕੱਲੇ ਇੱਥੇ ਨਹੀਂ ਹੈਗਾ ਤੇ ਆਪਣਾ ਇੰਡੀਆ 'ਚ ਨਹੀਂ, ਪੂਰੇ ਦੁਨੀਆ ਦੇ ਵਿੱਚ ਹੀ ਆ। ਇਸ ਟਾਈਮ ਦੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ, ਅਫਵਾਹਾਂ ਤੋਂ ਬਚਣਾ ਚਾਹੀਦਾ। ਮੀਡੀਆ ਦੇ ਵਿੱਚ 80% ਨਿਊਜ਼ ਸਾਰੀਆਂ ਫੇਕ ਕਰ ਰਹੀਆਂ ਇਹਨਾਂ ਤੋਂ, ਸਾਂਝਾ ਟੀਵੀ ਤੋਂ ਬਿਨਾਂ। ਪਰ ਸਾਂਝਾ ਟੀਵੀ ਇਹ ਹੈਲਪ ਕਰਦਾ ਜਿੱਥੇ ਵੀ ਉਹਨਾਂ ਨੂੰ ਵੀ ਆ ਕੇ ਖੜਦੇ ਨਾਲ ਵੀ ਹਾਂਜੀ ਤੁਸੀਂ ਦੱਸੋ, ਆਪਾਂ ਇਹ ਚੀਜ਼ ਸਪਸ਼ਟ ਕਰਨ ਦੇ ਵਾਸਤੇ। ਈਵਨ ਮੇਰੇ ਆਉਣ ਤੋਂ ਪਹਿਲਾਂ ਕਿਸੇ ਉਹਨਾਂ ਨੂੰ ਵੀ ਜਿਨ੍ਹਾਂ ਦੇ ਬਾਰੇ ਰੌਲਾ ਪਿਆ ਉਹਨਾਂ ਨੂੰ ਵੀ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਆਪਣੇ ਆਪ ਨਹੀਂ ਆਏ। ਇਸ ਮੈਨੂੰ ਵਧੀਆ ਲੱਗਿਆ ਸੁਣ ਕੇ ਇਹ ਗੱਲ। ਤੇ ਸਾਰੇ ਰਲ ਮਿਲ ਕੇ ਤੇ ਇੱਕ ਕਮਿਊਨਿਟੀ ਵਾਸਤੇ, ਆਪਣੀ ਵਾਸਤੇ ਨਾ ਜਿਹੜੇ ਆਪਣੇ ਬਿਜ਼ਨਸ ਬਹੁਤ ਥੋੜੇ ਆ ਇੱਥੇ, ਜ਼ਿਆਦਾ ਦੇਖਣ ਨੂੰ ਲੱਗਦੇ ਆ। ਜੇ ਤੁਹਾਡੇ ਕੋਲ ਜਾਣੀ ਜਿਵੇਂ ਗੁਰੂ ਮਹਾਰਾਜ ਦੇ ਕਹਿਣ ਦੇ ਮੁਤਾਬਕ 10 ਮੰਦ ਕੱਢ ਕੇ ਵੀ ਜਿੰਨਾ ਕੁ ਹੋ ਸਕਦਾ ਨਾ ਵੀ ਹਾਂ ਵੀ ਹੈਲਪ ਕਰੋ, ਜਿੰਨੀ ਕਿ ਆਪਣੀ ਕਮਿਊਨਿਟੀ ਦੀ ਕਰ ਸਕਦੇ ਆ। ਜਿਵੇਂ ਮੈਂ ਆਪਣੇ ਉਦਾਹਰਨ ਦਿੰਦਾ ਵੀ ਜਿੱਥੇ ਮੈਨੂੰ ਕਈ ਵਾਰੀ ਲੋੜ ਵੀ ਨਹੀਂ ਸੀ, ਮੈਨੂੰ ਲੱਗਦਾ ਵੀ ਇੰਨੇ ਕੁ ਮੇਰੇ ਕੋਲ ਫालतू ਪੈਸੇ ਆ ਵੀ ਆਹ ਚਲੋ ਫਲਾਣੇ ਬਿਜ਼ਨਸ ਤੋਂ ਜਾ ਕੇ ਆਹ ਸਮਾਨ ਲੈ ਲੈਣਾ, ਉਹਨਾਂ ਦੀ ਹੈਲਪ ਹੋ ਗਈ। ਆਪਾਂ ਨੂੰ ਦਿਖ ਰਿਹਾ ਵੀ ਕਿਹੜੇ ਬਿਜ਼ਨਸ ਡੁੱਬਦੇ ਜਾ ਰਹੇ ਆ, ਆਪਾਂ ਉਹਨਾਂ ਨੂੰ ਖੜਾ ਕਰਨ ਵਾਸਤੇ ਨਾ ਥੋੜਾ ਬਹੁਤਾ ਕੋਈ ਕਰਨਾ ਪੈਣਾ। ਤੇ ਜੇ ਸਾਰੇ ਜਣੇ ਆਪਾਂ ਇਦਾਂ ਰਲ ਕੇ ਕਰੀਏ ਇਕੱਠੇ ਹੋ ਕੇ ਤਾਂ ਮੇਰੇ ਹਿਸਾਬ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਜੀ। ਬਿਲਕੁਲ। ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਜੀ। ਸਾਥ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਹੈਗਾ। ਜਿਵੇਂ ਕਹਿੰਦੇ ਨੇ ਸਟੇ ਹੋਮ ਸਟੇ ਸੇਫ, ਹੁਣ ਕਹਿੰਦੇ ਆ ਕਿ ਬਾਹਰ ਜਾਓ, ਸਟੇ ਅਪਾਰਟ ਸਟੇ ਟੂਗੇਦਰ, ਜੇ ਦੂਰ ਰਹੋ ਪਰ ਨਾਲ ਰਹੋ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਪਤਾ ਲੱਗਿਆ ਕਿ ਕੀ ਕੁਝ ਹੋ ਰਿਹਾ ਕਮਿਊਨਿਟੀ ਦੇ ਵਿੱਚ। ਬਹੁਤ ਬਹੁਤ ਥੈਂਕ ਯੂ, ਤੁਸੀਂ ਟਾਈਮ ਚੋਂ ਟਾਈਮ ਕੱਢਿਆ। ਥੈਂਕ ਯੂ ਤੁਹਾਡਾ ਵੀ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਬਿਲਕੁਲ, ਸਮਾਲ ਬਿਜ਼ਨਸ ਹੋਵੇ, ਮੀਡੀਅਮ ਬਿਜ਼ਨਸ ਹੋਵੇ, ਸਾਨੂੰ ਸਪੋਰਟ ਕਰਨੀ ਚਾਹੀਦੀ ਹੈਗੀ ਹੈ। ਜ਼ਰੂਰ ਇਹ ਪੈਂਡੈਮਿਕ ਚੱਲ ਰਿਹਾ ਹੈਗਾ, ਕਰੋਨਾ ਵਾਇਰਸ ਕਿਤੇ ਨਹੀਂ ਗਿਆ, ਕਰੋਨਾ ਵਾਇਰਸ ਇੱਥੇ ਹੀ ਹੈਗਾ ਆ। ਸਾਨੂੰ ਲੋੜ ਹੈਗੀ ਹੈ ਜੋ ਪ੍ਰੋਟੋਕੋਲ ਹੈਗੇ ਆ ਉਹਨੂੰ ਅਪਣਾਉਣ ਦੀ। ਸਾਨੂੰ ਜਿਵੇਂ ਜਿਵੇਂ ਪ੍ਰੋਟੋਕੋਲ ਦਿੱਤੇ ਜਾ ਰਹੇ ਨੇ, ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ, ਡਾਕਟਰ ਬੋਨੀ ਹੈਨਰੀ ਜੋ ਕਹਿ ਰਹੇ ਨੇ, ਸਾਨੂੰ ਉਹ ਫੋਲੋ ਕਰਦੇ ਰਹਿਣਾ ਚਾਹੀਦਾ ਹੈ। ਤੇ ਕਿਤੇ ਨਾ ਕਿਤੇ ਸਾਨੂੰ ਡਰ ਰੱਖਣਾ ਵੀ ਚਾਹੀਦਾ ਤੇ ਨਹੀਂ ਵੀ ਰੱਖਣਾ ਚਾਹੀਦਾ। ਸਾਨੂੰ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਆ ਕਿ ਇਹ ਵੀ ਨਹੀਂ ਕਿ ਅਸੀਂ ਘਰੋਂ ਬਾਹਰ ਨਾ ਨਿਕਲੀਏ ਤੇ ਇਹ ਵੀ ਨਹੀਂ ਕਿ ਅਸੀਂ ਬਾਹਰ ਹੀ ਰਹੀਏ ਤੇ
ਤੇ ਬਿਨਾਂ ਡਰ ਤੋਂ ਰਹੀਏ। ਸੋ ਸਾਨੂੰ ਇੱਕ ਬੈਲੈਂਸ ਜਿਹੜਾ ਲਾਈਫ ਦੇ ਵਿੱਚ ਬਣਾ ਕੇ ਰੱਖਣਾ ਪੈਣਾ ਹੈਗਾ ਤੇ ਨਾਲ ਨਾਲ ਗਾਈਡਲਾਈਨਸ ਨੂੰ ਫੋਲੋ ਕਰਦੇ ਰਹਿਣਾ ਹੈ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਸਾਂਝਾ ਟੀਵੀ। ਹੁਣ ਕਿਤੇ ਨਹੀਂ ਜਾਣਾ, ਤੁਸੀਂ ਟੀਵੀ ਦਾ ਚੈਨਲ ਵੀ ਨਹੀਂ ਬਦਲਣਾ, ਕਿਉਂਕਿ ਹੁਣ ਪੁਨੀਤ ਜੀ ਆ ਰਹੇ ਨੇ ਸਾਫ਼ ਤੇ ਸਪਸ਼ਟ ਲੈ ਕੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।